ਸਾਹਿਬ ਜੀਓ ਵਡਹੰਸ ਮਹਿਲਾ ਤੀਜਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਾਪਾਰਾ ਰਾਮ। ਕੂੜ ਬੋਲ ਬਿਖ ਖਾਵਣੀ, ਬਹੁ ਵਧਹਿ ਵਿਕਾਰਾ ਰਾਮ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਾਪਾਰਾ ਰਾਮ। ਕੂੜ ਬੋਲ ਬਿਖ ਖਾਵਣੀ, ਬਹੁ ਵਧਹਿ ਵਿਕਾਰਾ ਰਾਮ। ਬਹੁ ਵਧਹਿ ਵਿਕਾਰਾ, ਸਹਸਾ ਇਹ ਸੰਸਾਰਾ। ਬਿਨ ਨਾਵੈ ਪਤ ਖੋਈ, ਪੜ ਪੜ ਪੰਡਿਤ ਵਾਦ ਵਖਾਣ ਹੈ। ਬਿਨ ਬੂਝੇ ਸੁਖ ਨਾ ਹੋਈ, ਆਵਣ ਜਾਣਾ ਕਦੇ ਨਾ ਚੁਕੈ। ਮਾਇਆ ਮੋਹ ਪਿਆਰਾ, ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਾਪਾਰਾ। ਆਵਣ ਜਾਣਾ ਕਦੇ ਨਾ ਚੁਕੈ, ਮਾਇਆ ਮੋਹ ਪਿਆਰਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਾਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਏ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਹਾਰਾਜ ਦੀ ਰਹਿਮਤਾਂ ਦਾ ਦਰ ਖੁੱਲ੍ਹਿਆ ਤੇ ਸਾਡੇ ਵਾਸਤੇ ਜੋ ਬਖਸ਼ਿਸ਼ ਉਪਦੇਸ਼ ਪ੍ਰਾਪਤ ਹੋਇਆ, ਆਪ ਜੀ ਨੇ ਦਰਸ਼ਨ ਕਰਨ ਆਉਂਦਿਆਂ ਹੋਇਆਂ ਬਾਹਰ ਬੋਰਡ ਤੋਂ ਉਹਨਾਂ ਦੇ ਪਾਠ ਦਰਸ਼ਨ ਕੀਤੇ ਹੋਣਗੇ। ਆਪਣੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ ਤੇ ਹਰ ਸਿੱਖ
ਇਹ ਗੱਲ ਆਪਣੇ ਗੁਰੂ ਨੂੰ ਕਹਿੰਦਾ ਹੈ, ਆਪਣੇ ਸੰਗੀਆਂ ਸਾਥੀਆਂ ਨੂੰ ਕਹਿੰਦਾ ਹੈ, ਗੁਰੇ ਆਪਣੇ ਉੱਪਰ ਬਲ ਜਾਈਏ, ਵੀ ਆਪਣੇ ਗੁਰੂ ਤੋਂ ਬਲਿਹਾਰ ਜਾਈਏ। ਤੇ ਬਲਿਹਾਰ ਜਾਣ ਦੀ ਜੁਗਤ ਹੈ, 8 ਪਹਿਰ ਹਰ ਹਰ ਜਸ ਗਾਈਏ। ਹੋਰ ਬਲਿਹਾਰ ਜਾਣ ਦੀ ਸਾਡੇ ਕੋਲ ਕੋਈ ਦੁਨਿਆਵੀ ਜੁਗਤ ਨਹੀਂ ਹੈ ਕਿ ਜਿਵੇਂ ਅਸੀਂ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਨਾ, ਵਾਰਿਆ ਨਾ ਜਾਵਾ ਏਕ ਵਾਰ। ਬਲਿਹਾਰ ਜਾਣ ਨੂੰ ਉਂਝ ਅਸੀਂ ਕਹਿੰਦੇ ਵਾਰਨੇ ਜਾਵਣਾ, ਅਤੇ ਵਾਰਨੇ ਵੇਖਦੇ ਹਾਂ ਅਸੀਂ ਆਪਣੇ ਘਰਾਂ 'ਚ। ਜਦੋਂ ਕਿਸੇ ਧੀ ਪੁੱਤਰ ਦਾ ਵਿਆਹ ਹੁੰਦਾ ਅਤੇ ਮਾਪੇ ਬੱਚੇ ਦੇ ਸਿਰ ਤੋਂ ਕੁਝ ਵਾਰ ਕੇ ਅਤੇ ਕਿਸੇ ਗਰੀਬ ਨੂੰ ਦਾਨ ਕਰ ਦਿੰਦੇ, ਕਿਉਂਕਿ ਜੋ ਵਾਰ ਦਿੱਤਾ ਜਾਂਦਾ ਹੈ ਫਿਰ ਉਹ ਆਪਣਾ ਨਹੀਂ ਹੁੰਦਾ, ਵਾਰ ਦਿੱਤਾ ਹੈ ਨਾ, ਉਹ ਦੂਜੇ ਦਾ ਹੋ ਗਿਆ। ਪਰ ਫਿਰ ਵੀ ਵਾਰਿਆ ਕੀ ਜਾਂਦਾ ਜਿਸ ਦੀ ਕੋਈ ਕੀਮਤ ਹੁੰਦੀ ਹੈ, ਜਿਸ ਦੀ ਕੋਈ ਬਾਜ਼ਾਰ 'ਚ ਕੀਮਤ ਪਵੇ। ਇਸੇ ਕਰਕੇ ਕੋਈ ਰੁਪਇਆ ਧੇਲਾ ਵਾਰਿਆ ਜਾਂਦਾ, ਪਰ ਮਹਾਰਾਜ ਤੋਂ ਕੀ ਵਾਰਿਆ ਜਾਏ? ਕਿਸ ਦੀ ਐਸੀ ਕੀਮਤ ਹੈ ਜੋ ਮਹਾਰਾਜ ਤੋਂ ਵਾਰਿਆ ਜਾ ਸਕੇ? ਅਤੇ ਪਤਾ ਲੱਗਦਾ ਨਹੀਂ, ਮੇਰੀ ਤਾਂ ਬਿਲਕੁਲ ਨਹੀਂ ਹੈ। ਅਤੇ ਮਹਾਰਾਜ ਤੇ ਆਪ ਸਾਨੂੰ ਸਮਝਾ ਦੇਣ ਕਿ ਭਾਈ ਇੱਕ ਗੱਲ ਚੇਤਾ ਰੱਖਣਾ, ਬਲਿਹਾਰ ਜਾਣਾ ਹੈ, ਪਰ ਇਹ ਨਾ ਸੋਚਣਾ ਕਿ ਮੇਰੀ ਵੈਲਿਊ ਹੈ ਅਤੇ ਮੈਂ ਦੇਖੋ ਜੇ ਇੱਦਾਂ ਹੋ ਜਾਵਾਂਗਾ। ਨਹੀਂ ਨਹੀਂ ਭਾਈ, ਅਸੀਂ ਤਾਂ ਇੱਕ ਵਾਰਨੇ ਜੋਗੇ ਵੀ ਨਹੀਂ ਗਏ। ਵੀ ਮਹਾਰਾਜ ਫਿਰ ਕਿਸ ਤਰ੍ਹਾਂ? ਇੱਕ ਪਾਸੇ ਕਹਿੰਦੇ ਬਲਿਹਾਰ ਜਾਇਆ ਕਰੋ, ਵਾਰਨੇ ਬਲਿਹਾਰ ਨੇ ਲੱਖ ਬਰੀਆ, ਅਤੇ ਫਿਰ ਜੁਗਤ ਮਹਾਰਾਜ ਦੱਸਦੇ ਨੇ, ਜੁਗਤ ਜੇ ਹਰ ਵੇਲੇ ਸਿਮਰਨ ਕਰਦੇ ਰਿਹਾ, ਗੁਰ ਆਪਣੇ ਉੱਪਰ ਬਲ ਜਾਈਏ, 8 ਪਹਿਰ ਹਰ ਹਰ ਜਸ ਗਾਈਏ। ਅਤੇ ਜੇ ਮਹਾਰਾਜ ਇਸ ਤਰ੍ਹਾਂ 8 ਪਹਿਰ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਸਾਡੇ ਵਿੱਚ ਤਾਂ ਬਹੁ ਗਿਣਤੀ ਸਾਡੀ ਉਹਨਾਂ ਦੀ ਹੈ ਜਿਹੜੇ ਅਸੀਂ ਸਾਰਾ ਦਿਨ ਸੰਸਾਰ ਦੇ ਕਾਰ ਵਿਹਾਰਾਂ 'ਚ ਰੁੱਝੇ ਰਹਿੰਦੇ ਹਾਂ, ਅਤੇ ਕਾਰ ਵਿਹਾਰਾਂ 'ਚ ਰੁੱਝੇ ਹੋਏ ਵੀ ਅਸੀਂ ਕੋਈ ਸੱਤ ਦਾ ਵਪਾਰ ਅਤੇ ਵਿਹਾਰ 'ਤੇ ਨਹੀਂ ਕਰਦੇ ਨਾ। ਜਦਕਿ ਸਾਨੂੰ ਖਾਸ ਕਰਕੇ ਗੁਰਸਿੱਖਾਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ ਹੁਕਮ ਹੈ ਕਿ ਭਾਈ ਤੁਸੀਂ ਆਪਣੇ ਕਾਰ ਵਿਹਾਰ ਕਰਿਆ ਕਰੋ, ਕਿਰਤ ਕਰਿਆ ਕਰੋ, ਪਰ ਇੱਕ ਚੇਤਾ ਰੱਖਣਾ, ਕਿਰਤ ਕਰਦਿਆਂ ਹੋਇਆਂ ਕਰਤੇ ਦਾ ਨਾਮ ਜ਼ਰੂਰ ਜਪਦੇ ਰਹਿਣਾ। ਇਹੀ ਬਲਿਹਾਰ ਜਾਣਾ। ਪਰ ਸਾਡੇ ਤੋਂ ਬਹੁ ਗਿਣਤੀ ਤੋਂ ਕਿਰਤ ਤਾਂ ਠੀਕ, ਅਸੀਂ ਥੋੜ੍ਹੀ ਬਹੁਤੀ ਆਪਣੇ ਜੋ ਕਰਦੇ ਹੀ ਹਾਂ, ਪਰ ਮਹਾਰਾਜ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ, ਕਿਉਂਕਿ ਸਾਡਾ ਧਿਆਨ ਨਹੀਂ ਟਿਕਦਾ। ਨਾਮ ਜਪਦੇ ਵਾਸਤੇ ਧਿਆਨ ਜ਼ਰੂਰੀ ਹੈ, ਅਤੇ ਧਿਆਨ ਦੀ ਸਮਝ ਸਾਨੂੰ ਨਹੀਂ ਹੈ। ਅਸਾਂ ਦੇ ਧਿਆਨ ਵਿੱਚ ਦੁਨੀਆ ਹੈ, ਅਸਾਂ ਦੇ ਧਿਆਨ ਵਿੱਚ ਆਂਢ ਗੁਆਂਢ ਹੈ, ਦੁੱਖ ਅਤੇ ਸੁੱਖ ਨੇ। ਕਈ ਵਾਰ ਸਾਡੇ ਆਪਣੇ ਨਿੱਜੀ ਦੁੱਖ ਸੁੱਖ ਨਹੀਂ ਹੁੰਦੇ, ਪਰ ਸਾਨੂੰ ਆਂਢੀਆਂ ਗੁਆਂਢੀਆਂ ਦੇ ਦੁੱਖ ਸੁੱਖ ਵੀ ਤਾਂ ਤੰਗ ਕਰਦੇ ਨੇ ਨਾ। ਅਕਸਰ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਚਰਚਾ ਨੂੰ ਕਿਤੇ ਗੌਰ ਨਾਲ ਸੁਣੀਏ ਨਾ, ਅਤੇ ਉਹਨਾਂ ਦੇ ਵਿੱਚ ਆਪਣੇ ਨਿੱਜੀ ਤਜ਼ਰਬੇ ਅਤੇ ਦੁੱਖ ਸੁੱਖ ਦੀ ਗੱਲ ਤਾਂ ਬਹੁਤ ਘੱਟ ਹੁੰਦੀ ਹੈ। ਬਹੁਤੀ ਚਰਚਾ ਤਾਂ ਲੋਕਾਂ ਦੀ ਕਰਦੇ ਨੇ। ਅਸੀਂ ਸਾਰੇ ਹੀ ਬਹੁ ਗਿਣਤੀ ਲੋਕ, ਬਹੁਤੀ ਚਰਚਾ ਲੋਕਾਂ ਦੀ, ਦੁਨੀਆ ਦੀ ਹੁੰਦੀ ਹੈ। ਕਦੇ ਉਹਦੇ ਘਰ ਕੀ ਹੋ ਗਿਆ, ਚੰਗਾ ਹੋ ਗਿਆ, ਮੰਦਾ ਹੋ ਗਿਆ, ਉਹ 'ਤੇ ਕੋਈ ਟੀਕਾ ਟਿੱਪਣੀ, ਕਟਾਕਸ਼, ਕਮੈਂਟਸ ਅਸੀਂ ਇਹੀ ਕਰਦੇ ਰਹਿੰਦੇ ਹਾਂ। ਜਾਂ ਆਪਣੇ ਆਲੇ ਦੁਆਲੇ ਦੇ ਸਰਕਾਰ ਦੇ ਸਿਸਟਮ ਨੂੰ ਕੋਸਦੇ ਰਹਾਂਗੇ, ਆਪਣੇ ਸਮਾਜ ਦੀ ਸੁਸਾਇਟੀ ਨੂੰ ਚੰਗਾ ਮੰਦਾ ਕਹਿੰਦੇ ਰਹਾਂਗੇ, ਆਪਣੇ ਆਲੇ ਦੁਆਲੇ ਦੇ ਪਰਿਵਾਰਾਂ ਨੂੰ ਚੰਗਾ ਮੰਦਾ ਕਹਿੰਦੇ ਰਹਿੰਦੇ ਹਾਂ। ਬਹੁਤੇ ਨੇੜੇ ਆ ਗਏ ਅਤੇ ਵੈਸੇ ਵੀ ਲੋਕ ਨੇ ਜੋ ਬਾਹਰ ਪਬਲਿਕਲੀ ਸਮਾਜ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਦੀ ਨਿੰਦਾ ਕਰ ਰਹੇ ਹੁੰਦੇ ਨੇ। ਬਹੁਤ ਲੋਕ ਇਸ ਤਰ੍ਹਾਂ ਵਿਚਰਦੇ ਨੇ, ਅਤੇ ਨਤੀਜਾ ਕੀ ਨਿਕਲਦਾ? ਬੇਚੈਨੀਆਂ। ਇਹੋ ਜਿਹੇ ਵਿਅਕਤੀ ਜਿਹੜੇ ਸਮਾਜ ਵਿੱਚ ਆਪਣੇ ਪਰਿਵਾਰ ਦੀ ਨਿੰਦਾ ਚੁਗਲੀ ਕਰਦੇ ਨੇ, ਆਪਣੇ ਸਮਾਜ ਦੇ ਪ੍ਰਤੀ ਮਾੜਾ ਬੋਲਦੇ ਨੇ, ਚੇਤਾ ਰੱਖਣਾ ਉਹ ਵੀ ਤਾਂ ਉਸੇ ਦਾ ਹੀ ਹਿੱਸਾ ਨੇ ਨਾ, ਉਸੇ ਪਰਿਵਾਰ ਦਾ ਨੇ, ਉਸੇ ਸਮਾਜ ਦਾ ਨੇ। ਜਿਸ ਪਰਿਵਾਰ ਨੂੰ ਤੁਸੀਂ ਮਾੜਾ ਕਹਿ ਰਹੇ ਹੋ ਅਤੇ ਤੁਸੀਂ ਕਿੱਧਰੋਂ ਚੰਗੇ ਹੋ? ਜਿਸ ਸੁਸਾਇਟੀ ਅਤੇ ਸਮਾਜ ਨੂੰ ਮਾੜਾ ਕਿਹਾ ਜਾ ਰਿਹਾ ਹੈ, ਅਸੀਂ ਕਿੱਧਰੋਂ ਚੰਗੇ ਹਾਂ? ਕਿਉਂਕਿ ਅਸੀਂ ਵੀ ਤਾਂ ਉਸੇ ਸਮਾਜ ਦਾ ਇੱਕ ਹਿੱਸਾ ਹਾਂ। ਜੇ ਲੋਕ ਕੁਝ ਨਹੀਂ ਕਰਦੇ ਤਾਂ ਅਸੀਂ ਕੀ ਕਰਦੇ ਹਾਂ? ਕਰਦੇ ਤਾਂ ਅਸੀਂ ਵੀ ਕੁਝ ਨਹੀਂ ਸਿਵਾਏ ਚਰਚਾ ਤੋਂ। ਔਰ ਇਹ ਸਾਰਾ ਕੁਝ ਅਸੀਂ ਤੁਸੀਂ ਕਰਦੇ ਹਾਂ। ਮਹਾਰਾਜ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਦੇ ਨੇ।
ਪਰ ਇਸੇ ਕਰਕੇ ਮਹਾਰਾਜ ਦਾ ਪਿਆਰਾ ਬਚਨ ਹੈ, ਸੂਹੀ ਵਿੱਚ ਕਦੇ ਕਦੇ ਆਪਣੇ ਪਾਠ ਕਰਦੇ ਪੜ੍ਹਿਆ ਹੋਵੇਗਾ, ਦੁਨੀਆ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਮਾੜੀ ਗੱਲ ਤੇ ਖੈਰ ਕੀ ਕਰਨੀ, ਤੂੰ ਐਵੇਂ ਦੁਨੀਆ ਦੀ ਬਹੁਤੀ ਸਿਫਤ ਵੀ ਨਾ ਕਰਿਆ ਕਰ, ਤੇ ਮੰਦਾ ਤੇ ਕਹਿਣਾ ਹੀ ਨਹੀਂ। ਸਾਨੂੰ ਹੁਕਮ ਹੈ ਕਿ ਗੁਰਸਿੱਖੋ ਆਪਣੇ ਲਫ਼ਜ਼ਾਂ 'ਚ ਮੰਦਾ ਭਾਵ ਨਾ ਆਣ ਦਿਓ, ਆਪਣੇ ਬੋਲਾਂ ਦੇ ਵਿੱਚ ਮੰਦਾ ਬੋਲ ਮਤ ਆਣ ਦਿਓ। ਹੌਲੀ ਹੌਲੀ ਗੁਰੂ ਕਿਰਪਾ ਕਰਨ ਹਿਰਦੇ ਵਿੱਚ ਵੀ ਸਾਡੇ ਮੰਦ ਵਿਚਾਰ ਨਾ ਆਵੇ, ਕਿਉਂਕਿ ਸਤਿਗੁਰੂ ਦੇ ਮਿਲਣ ਦੀ ਨਿਸ਼ਾਨੀ ਇਹੀ ਹੈ। ਅਸੀਂ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਹਾਂ, ਕਿੱਦਾਂ ਪਤਾ ਲੱਗੇ ਕਿ ਸਾਨੂੰ ਗੁਰੂ ਕੀ ਕਿਰਪਾ, ਗੁਰੂ ਕਾ ਸੰਗ ਮਿਲਿਆ। ਅਤੇ ਬੜਾ ਪਿਆਰਾ ਮਹਾਰਾਜ ਦਾ ਆਪਣਾ ਬਚਨ ਹੈ, ਆਪਣੇ ਬਾਰੇ ਵਿੱਚ ਪੜਤਾਲ ਕਰ ਲਈਏ ਕਿ ਸਾਨੂੰ ਸਤਿਗੁਰੂ ਮਿਲੇ, ਅਤੇ ਜੇ ਸਤਿਗੁਰੂ ਮਿਲੇ ਤਾਂ ਫਿਰ ਬਦਲਾਵ ਕੀ ਹੋਣਾ ਹੈ। ਸਤਿਗੁਰੂ ਮਿਲਿਆ ਮਰੈ ਮੰਦਾ, ਬਸ ਇੱਕੋ ਨਿਸ਼ਾਨੀ ਹੈ। ਹੋਰ ਸਤਿਗੁਰੂ ਮਿਲਣ 'ਤੇ ਸਾਡਾ ਖਾਣਾ ਪੀਣਾ ਲਿਬਾਸ ਨਹੀਂ ਬਦਲਣਾ, ਸਤਿਗੁਰੂ ਮਿਲਣ 'ਤੇ ਸਾਡੀ ਕਿਰਤ ਵੀ ਨਹੀਂ ਬਦਲਣੀ। ਜਿਹੜੀ ਵੀ ਕੋਈ ਕਿਰਤ ਕਰਦਾ ਉਹੀ ਕਰਦਾ ਰਹੇਗਾ, ਪਰ ਇੱਕ ਚੀਜ਼ ਖਤਮ ਹੋ ਜਾਏਗੀ, ਉਹ ਹੈ ਮੰਦਾ। ਅਤੇ ਮੰਦਾ ਕੀ ਹੈ? ਮੰਦਾ ਬੋਲਣਾ, ਮੰਦਾ ਕਰਨਾ, ਮੰਦਾ ਵਿਹਾਰ, ਮੰਦਾ ਖਾਣਾ। ਹਰ ਚੀਜ਼ ਜੋ ਚੰਗੀ ਹੈ ਉਹਦੇ ਅਪੋਜਿਟ ਮੰਦੀ ਹੈ, ਹਰ ਵਿਚਾਰ ਜੋ ਚੰਗਾ ਹੈ ਉਹਦੇ ਦੂਜੇ ਪਾਸੇ ਮੰਦਾ ਹੈ। ਅਤੇ ਸਤਿਗੁਰੂ ਨੂੰ ਮਿਲੇ ਤਾਂ ਕੀ ਮਰੇਗਾ? ਜਿਹਨੂੰ ਆਪਾਂ ਕਹਿੰਦੇ ਮਨ ਮਾਰਨਾ, ਮਨ ਮਾਰਨ ਦਾ ਕਿ ਮਨ ਜ਼ੀਰੋ ਖਤਮ ਨਹੀਂ ਹੋਣਾ, ਬਲਕਿ ਮਨ ਦਾ ਮੰਦਾ ਪਾਸਾ ਮਰ ਜਾਣਾ। ਸਤਿਗੁਰੂ ਮਿਲਿਆ ਮਰੈ ਮੰਦਾ, ਪੂਰੀ ਹੋਵੇ ਜੁਗਤ। ਅਤੇ ਜਦੋਂ ਮੰਦਾ ਮਰ ਜਾਂਦਾ ਤਾਂ ਜੀਵਨ ਦੀ ਜੁਗਤੀ ਪੂਰੀ ਹੋ ਜਾਂਦੀ ਹੈ। ਅੱਜ ਮਹਾਰਾਜ ਕਹਿਣ ਲੱਗੇ, ਹੁਣ ਇਹ ਸਾਡੇ ਵਿੱਚ ਐਸਾ ਹਾਲਾਤ ਕਿਉਂ ਹੈ? ਕਿਉਂਕਿ ਅਸੀਂ ਆਪਣੇ ਗੁਰੂ ਕੋਲ ਬਲਿਹਾਰ ਜਾਣ ਵਾਸਤੇ ਨਹੀਂ ਜਾ ਰਹੇ। ਮਹਾਰਾਜ ਕਹਿਣ ਕਾਰਨ ਪਤਾ ਕੀ ਹੈ? ਮਾਇਆ ਮੋਹ ਸਾਡੇ 'ਤੇ ਪ੍ਰਭਾਵ ਹੈ। ਅੱਜ ਦਾ ਪਿਆਰਾ ਬਚਨ ਹੈ, ਮਾਇਆ ਮੋਹ ਸਭ ਦੁੱਖ ਹੈ। ਇਹ ਜੋ ਮਾਇਆ ਦਾ ਅਤੇ ਮਾਇਆ ਦਾ ਮੋਹ ਦਾ ਪ੍ਰਭਾਵ ਸਾਡੇ 'ਤੇ, ਇਹਦੇ ਵਿੱਚੋਂ ਹੀ ਦੁੱਖ ਨਿਕਲਦਾ ਹੈ। ਕਿਉਂਕਿ ਸਾਨੂੰ ਕੱਲ੍ਹ ਕਹਿ ਰਹੇ ਸਨ ਮਹਾਰਾਜ ਕਿ ਭਾਈ ਰਤਨ ਪਦਾਰਥ ਇਕੱਠੇ ਕਰਨੇ ਚਾਹੀਦੇ ਨੇ, ਜੀਵਨ ਦੇ ਵਿੱਚ ਵਪਾਰ ਕਰਨਾ ਹੈ। ਸਾਡੇ 'ਚੋਂ ਹਰ ਜੀਅ ਜੋ ਜਨਮਿਆ ਹੈ ਵਪਾਰੀ ਜੇ। ਗੁਰਬਾਣੀ 'ਚ ਇਸੇ ਕਰਕੇ ਸਾਨੂੰ ਵਣਜਾਰਾ ਸ਼ਬਦ ਕੀਤਾ ਹੈ, ਵਣਜਾਰਿਆ ਮਿੱਤਰਾ। ਇਸ ਆਪਾਂ ਸ਼ਿਰਾਗ 'ਚ ਪਾਠ ਕਰਦੇ ਨਾ, ਮਹਾਰਾਜ ਨੇ ਸਾਨੂੰ ਸਾਰਿਆਂ ਨੂੰ, ਜੋ ਵੀ ਜੀ ਜਨਮ ਲੈ ਕੇ ਮਾਤਲੋਕ 'ਤੇ ਸਾਡੇ ਤੁਹਾਡੇ ਵਾਂਗ ਆਇਆ, ਵਣਜਾਰ ਆਏ। ਅਤੇ ਵਣਜਾਰ ਦਾ ਮਤਲਬ ਹੈ ਜੋ ਫੇਰੀ ਵੀ ਲਾਉਂਦਾ ਹੈ, ਫਿਰਦਾ ਵੀ ਹੈ, ਕੁਝ ਵੇਚਦਾ ਵੀ ਹੈ ਅਤੇ ਕੁਝ ਖੱਟਦਾ ਵੀ। ਅਤੇ ਅਸੀਂ ਸਾਰੇ ਇਹ ਕਰ ਰਹੇ ਹਾਂ, ਫਿਰਦੇ ਹਾਂ, ਤੁਰੇ ਫਿਰਦੇ ਹਾਂ, ਚੱਲ ਰਹੇ ਹਾਂ, ਦੇਸ਼ ਪ੍ਰਦੇਸ਼ ਜਾ ਰਹੇ ਹਾਂ, ਆ ਰਹੇ ਹਾਂ, ਪਰ ਕੁਝ ਪ੍ਰਾਪਤ ਕਰ ਰਹੇ ਹਾਂ, ਕੁਝ ਦੇ ਰਹੇ ਹਾਂ। ਬਸ ਇਹ ਖਿਆਲ ਕਰਨਾ ਕਿ ਅਸੀਂ ਤੁਰੇ ਫਿਰਦੇ ਪ੍ਰਾਪਤ ਕੀ ਕਰ ਰਹੇ ਹਾਂ ਅਤੇ ਦੇ ਕੀ ਰਹੇ ਹਾਂ। ਅਤੇ ਜਦੋਂ ਅਸੀਂ ਟਿਕਾਣੇ ਆਪਣੇ ਪਹੁੰਚਾਂਗੇ, ਉਦੋਂ ਸਾਡੇ ਕੋਲ ਕਿਹੜੀ ਵਸਤੂ ਦੀ ਪੰਡ ਹੋਵੇਗੀ ਜੋ ਆਪਣੀ ਹੋਵੇਗੀ, ਜਿਸ ਨੂੰ ਜਾ ਕੇ ਕਹਿ ਸਕਦੇ ਵੀ ਆਹ ਦੇਖੋ ਅਸੀਂ ਵਣਜਾਰੇ ਦੇ ਰੂਪ 'ਚ, ਅਸੀਂ ਅੱਜ ਕੱਲ੍ਹ ਸ਼ਬਦ ਨਾ ਟੂਰ 'ਤੇ ਗਏ ਸਾਂ। ਪੁਰਾਣੇ ਵਪਾਰੀ ਵਣਜਾਰੇ 6-6 ਮਹੀਨੇ, ਸਾਲ ਦੇ ਲੰਬੇ ਸਫ਼ਰਾਂ 'ਤੇ ਚਲੇ ਜਾਂਦੇ, ਵਾਪਸ ਆਉਂਦੇ ਅਤੇ ਆ ਕੇ ਆਪਣੇ ਜੋ ਪਰਿਵਾਰ ਦੇ ਜੀ ਪਿੱਛੇ ਬਜ਼ੁਰਗ ਬੈਠੇ ਹੁੰਦੇ, ਉਹਨੂੰ ਦੱਸਦੇ ਕਿ ਭਾਈ ਆਹ 6 ਮਹੀਨੇ ਅਸੀਂ ਵਣਜਾਰਿਆਂ ਦੇ ਰੂਪ 'ਚ ਦੇਸ਼ ਪ੍ਰਦੇਸ਼ ਵਿਚਰੇ ਹਾਂ, ਫਿਰ ਕੇ ਆਏ ਹਾਂ, ਅਤੇ ਆਹ ਦੇਖੋ ਇੰਨਾ ਕਮਾ ਕੇ ਲੈ ਕੇ ਆਏ। ਔਰ ਹੋ ਸਕਦਾ ਕਿਸੇ ਨੂੰ ਘਾਟਾ ਪਿਆ ਹੋਵੇ, ਕਿਸੇ ਨੂੰ ਫਾਇਦਾ ਹੋਏ। ਇਹ ਦੋ ਚੀਜ਼ਾਂ ਹੁੰਦੀਆਂ ਨੇ। ਜੋ ਬਜ਼ੁਰਗਾਂ ਦੇ ਕੋਲੋਂ ਪੂੰਜੀ ਲੈ ਕੇ ਤੁਰਦੇ ਨੇ, ਵਾਪਸ ਆ ਕੇ ਜਮ੍ਹਾਂ ਸ਼ੋਅ ਕਰਦੇ ਨੇ ਵੀ ਆਹ ਬਚਿਆ ਜੇ, ਅਤੇ ਬਜ਼ੁਰਗ ਬੈਠ ਕੇ ਜੋ ਘਾਟਾ ਪੜਤਾ ਦਾ ਨਫਾ ਤੋਲ ਜੋੜ ਘਟਾਓ ਕਰਦੇ, ਅਤੇ ਫਿਰ ਕਹਿੰਦੇ ਹੋਣਗੇ ਨੇ ਭਾਈ ਤੈਨੂੰ ਘਾਟਾ ਪਿਆ ਹੈ, ਤੈਨੂੰ ਮੁਨਾਫਾ ਹੋਇਆ। ਅੱਜ ਵੀ ਵਪਾਰ 'ਚ ਇੱਦਾਂ ਹੀ ਕੀਤਾ ਜਾਂਦਾ। ਅਤੇ ਠੀਕ ਇੱਕ ਦਿਨ ਸਾਡੇ ਨਾਲ ਵੀ ਇੱਦਾਂ ਹੋਣਾ ਹੈ ਨਾ, ਜਦ ਅਸੀਂ ਇਹ ਸਾਰੀ ਜ਼ਿੰਦਗੀ ਦਾ ਸਫ਼ਰ ਟੂਰ ਪੂਰਾ ਕਰਕੇ ਵਾਪਸ ਆਪਣੇ ਮਾਲਕ ਦੇ ਦਰ 'ਤੇ ਜਾਣਾ ਹੈ, ਅਤੇ ਮਾਲਕ ਦੇ ਦਰ 'ਤੇ ਸਾਡੀਆਂ ਪੰਡਾਂ ਖੁੱਲ੍ਹਣੀਆਂ ਨੇ, ਅਤੇ ਉਹਨਾਂ ਪੰਡਾਂ 'ਚੋਂ ਕੀ ਨਿਕਲੇਗਾ? ਕੀ ਸੁੱਖ ਨਿਕਲੇਗਾ? ਕਿ ਉਹਨਾਂ ਪੰਡਾਂ ਦੇ ਵਿੱਚੋਂ ਸ਼ੁਭ ਕਰਮ ਨਿਕਲਣਗੇ? ਕਿ ਉਹਨਾਂ ਪੰਡਾਂ ਦੇ ਵਿੱਚੋਂ ਸਾਡੇ 'ਚੋਂ ਨਾਮ ਦੀ ਪੰਡ ਕਿਸੇ ਕੋ ਹੋਵੇਗੀ? ਪਰ ਦੇਖਿਆ ਮਹਾਰਾਜ ਕਹਿੰਦੇ ਨੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਇਹ ਤਾਂ ਦੁਨੀਆ ਭਰ ਦੇ ਦੁੱਖ ਹੀ ਚੁੱਕੀ ਫਿਰਦਾ ਸੀ ਹੁਣ ਤੱਕ।
ਸੁੱਖ ਤੇ ਲੈ ਕੇ ਚੱਲਦਾ ਹੀ ਨਹੀਂ। ਔਰ ਅਕਸਰ ਵੇਖਿਆ ਹੋਣਾ ਹੈ, ਸੁੱਖ ਤੇ ਥੋੜ੍ਹੇ ਸਮੇਂ ਲਈ ਹੁੰਦਾ, ਆਉਂਦਾ ਤੇ ਲੰਘ ਜਾਂਦਾ ਹੈ। ਦੁੱਖ ਬਹੁਤ ਲੰਮੇਰੇ ਸਮੇਂ ਲਈ ਰਹਿੰਦਾ, ਦੁੱਖ ਦਾ ਅਹਿਸਾਸ ਬੜਾ ਲੰਬਾ ਰਹਿੰਦਾ, ਦੁੱਖ ਦੀ ਯਾਦ ਬੜੀ ਲੰਬੀ ਰਹਿੰਦੀ ਹੈ। ਸਾਨੂੰ ਅੱਜ ਤੋਂ 10 ਸਾਲ ਪਹਿਲਾਂ ਵੀ ਅਗਰ ਕੋਈ ਘਟਨਾ ਐਸੀ ਵਾਪਰੀ ਤੇ ਅਸੀਂ ਵੀ ਕਹਿੰਦੇ ਹਾਂ ਫਲਾਣੇ ਵਕਤ ਬੜਾ ਦੁੱਖ, ਅੱਜ ਤੱਕ ਦੁਖੀ ਹਾਂ। ਤੇ ਕਦੇ ਕਿਹਾ ਵੀ ਉਦੋਂ ਉਹ ਗੱਲ ਬਣੀ ਸੀ, ਅੱਜ ਤੱਕ ਸੁਖੀ ਹਾਂ? ਨਹੀਂ, ਦੁੱਖ ਨੂੰ ਉਸ ਨਾਲ ਲੈ ਕੇ ਚੱਲਦੇ ਆ, ਦੁੱਖ ਦੇ ਸਹਾਰੇ ਤੇ ਤੁਰੇ ਫਿਰਦੇ ਆ। ਤੇ ਮਹਾਰਾਜ ਕਹਿਣ ਲੱਗੇ ਨਹੀਂ, ਦੁੱਖ ਤੇ ਛੱਡ ਦੇਣਾ। ਸ਼ਾਇਦ ਦਾਰਸ਼ਨਿਕ ਅਤੇ ਮਨੋਵਿਗਿਆਨਕ ਲੋਕ ਜਿਹੜੇ ਨੇ ਇਸ ਗੱਲ 'ਤੇ ਜ਼ੋਰ ਦੇਣ ਲੱਗ ਪਏ ਨੇ ਕਿ ਤੁਸੀਂ ਆਪਣੇ ਅਤੀਤ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਅਤੇ ਉਹਨਾਂ ਘਟਨਾਵਾਂ ਦੇ ਵਿੱਚੋਂ ਜਿੱਥੇ ਦੁੱਖ ਹੈ ਉਹਨਾਂ ਨੂੰ ਤਿਆਗ ਕਰ ਦਿਓ। ਅਤੇ ਫਿਰ ਸਾਂਭਣਾ ਤਾਂ ਹੈ ਨਾ, ਕਹਿੰਦੇ ਨੇ ਜੋ ਅਤੀਤ ਵਿੱਚ ਤੁਹਾਡੀ ਚੰਗੀਆਂ ਘਟਨਾਵਾਂ ਵਾਪਰੀਆਂ ਨੇ, ਸੁੱਖ ਦੀਆਂ ਘਟਨਾਵਾਂ ਨੇ, ਉਹਨਾਂ ਨੂੰ ਚੇਤੇ ਕਰੇ। ਅੱਜ ਵੀ ਕਈ ਵਾਰ ਮਨੋਵਿਗਿਆਨਕ ਦਰਸ਼ਨ 'ਚ ਕਾਉਂਸਲਿੰਗ ਕੀਤੀ ਜਾਂਦੀ ਹੈ, ਪਰਿਵਾਰਾਂ 'ਚ ਤ੍ਰਿੜਾਂ ਪੈ ਰਹੀ ਹੁੰਦੀਆਂ ਨੇ, ਟੁੱਟ ਰਹੇ ਹੁੰਦੇ ਨੇ ਪਰਿਵਾਰ, ਅਤੇ ਕਾਉਂਸਲਰ ਬੈਠਾ ਕੇ ਕਹਿੰਦੇ ਨੇ ਕੋਈ ਐਸੀ ਘਟਨਾ ਯਾਦ ਕਰੋ ਜਿਹਦੇ ਨਾਲ ਤੁਹਾਨੂੰ ਸੁੱਖ ਮਿਲਿਆ ਹੋਵੇ। ਉਹ ਗੱਲਾਂ ਚੇਤੇ ਕਰੋ ਇੱਕ ਦੂਜੇ ਦੀਆਂ ਜਿਨ੍ਹਾਂ ਨੇ ਇੱਕ ਦੂਜੇ ਨੂੰ ਸੁੱਖ ਮਿਲਿਆ ਹੋਵੇ, ਅਤੇ ਉਹਨਾਂ ਗੱਲਾਂ ਨੂੰ ਅੱਗੇ ਲੈ ਕੇ ਆਓ। ਤੁਸੀਂ ਬੁਰੀਆਂ ਗੱਲਾਂ ਕਿਉਂ ਲੈ ਕੇ ਅੱਗੇ ਆਉਂਦੇ ਹੋ ਕਿ ਉਹਨੇ ਆਹ ਕੀਤਾ, ਇਹਨੇ ਆਹ ਕੀਤਾ, ਇਹਨੇ ਬੁਰਾ ਕੀਤਾ? ਨਹੀਂ, ਕਦੇ ਨੇ ਚੰਗਾ ਵੀ ਕੀਤਾ ਹੋਵੇਗਾ, ਪਰਿਵਾਰ ਦੇ ਜੀਅ ਕਦੇ ਚੰਗਾ ਵੀ ਕੀਤਾ ਹੋਵੇਗਾ। ਕੋਈ ਗੱਲ ਤੁਹਾਨੂੰ ਚੰਗੀ ਵੀ ਲੱਗਦੀ ਹੋਏਗੀ ਨਾ, ਉਹ ਜੋ ਇਹਨੇ ਚੰਗਾ ਕੀਤਾ ਹੈ, ਅਤੇ ਜੋ ਗੱਲ ਤੁਹਾਨੂੰ ਚੰਗੀ ਲੱਗਦੀ ਉਸ ਨੂੰ ਚੇਤੇ ਕਿਉਂ ਨਹੀਂ ਕਰਦੇ? ਅਤੇ ਹੌਲੀ ਹੌਲੀ ਚੰਗਾ ਕਰੋ ਨਾ। ਮਹਾਰਾਜ ਵੀ ਕਹਿਣ ਲੱਗੇ ਤੁਸੀਂ ਚੰਗਾ ਚੰਗਾ ਸ਼੍ਰੇਸ਼ਟ ਚੁਣੋ, ਰਤਨ ਪਦਾਰਥ ਚੁਣੋ, ਅਤੇ ਪਰ ਅਸੀਂ ਨਹੀਂ ਕਰ ਪਾ ਰਹੇ। ਪਤਾ ਕਿਉਂ? ਮਹਾਰਾਜ ਕਹਿੰਦੇ ਮਾਇਆ ਮੋਹ ਸਭ ਦੁੱਖ ਹੈ। ਅਸੀਂ ਮੰਨਦੇ ਹਾਂ, ਬਾਣੀ ਪੜ੍ਹਨ ਵਾਲੇ ਤੇ ਖਾਸ ਕਰਕੇ, ਕਿ ਸਾਡੇ ਸਾਰਿਆਂ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਅਤੇ ਮਾਇਆ ਦੇ ਅਗਾਂਹ 5 ਧਾਰਾਵਾਂ ਨੇ। ਆਮ ਤੌਰ 'ਤੇ ਮੋਹ ਮਾਇਆ ਅਤੇ ਮਾਇਆ ਮੋਹ ਦਾ ਚਰਚਾ ਬਹੁਤਾ ਹੈ, ਬਹੁਤ ਘੱਟ ਕਿਤੇ ਕਿਤੇ ਕਾਮ ਮਾਇਆ, ਕ੍ਰੋਧ ਮਾਇਆ, ਲੋਭ ਮਾਇਆ, ਇਹਦਾ ਚਰਚਾ ਬਹੁਤ ਘੱਟ ਹੈ। ਪਰ ਸੱਚ ਇਹ ਹੈ ਕਿ ਜੇ ਮਾਇਆ ਨਾਲ ਮੋਹ ਜੁੜਦਾ ਹੈ ਅਤੇ ਕ੍ਰੋਧ ਵੀ ਤਾਂ ਮਾਇਆ ਨਾਲ ਜੁੜੇਗਾ ਨਾ, ਕਿਉਂਕਿ ਗੁਰਬਾਣੀ 'ਚ ਦਰਸ਼ਨ ਹੈ ਪੰਚ ਭੂਤ ਜਣੇ ਇੱਕ ਮਾਏ। ਇਹ ਪੰਜੇ ਦੇ ਪੰਜੇ ਮਾਇਆ ਦੇ ਪੁੱਤਰ ਨੇ, ਪਰ ਚੂੰਕਿ ਸਾਡੇ 'ਚ ਮੋਹ ਦਾ ਇੰਨਾ ਜ਼ਿਆਦਾ ਦਬਦਬਾ ਹੈ, ਮੋਹ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ ਗੁਰਬਾਣੀ 'ਚ ਪਾਤਸ਼ਾਹ ਨੂੰ ਬਾਰ-ਬਾਰ ਜ਼ਿਕਰ ਕਰਨਾ ਪਿਆ ਭਈ ਮੋਹ ਮਾਇਆ, ਮਾਇਆ ਮੋਹ, ਮਾਇਆ ਮੋਹ, ਕਿਉਂਕਿ ਬਾਕੀ ਚੀਜ਼ਾਂ ਕੁਝ ਸਮੇਂ ਲਈ ਹੁੰਦੀਆਂ ਨੇ ਅਤੇ ਨਿਕਲ ਜਾਣ। ਖਾਸ ਕਰਕੇ ਕਾਮ ਅਤੇ ਕ੍ਰੋਧ ਥੋੜ੍ਹੇ ਸਮੇਂ ਲਈ ਆਉਂਦੇ ਨੇ, ਨੁਕਸਾਨ ਭਾਵੇਂ ਬਹੁਤਾ ਕਰਦੇ ਨੇ, ਡੈਮੇਜ ਬਹੁਤ ਕਰਦੇ ਨੇ, ਪਰ ਛੇਤੀ ਵਿਸਰ ਵੀ ਜਾਂਦੇ ਨੇ, ਸਰੀਰ ਨੂੰ ਗਾਲਦੇ ਨੇ, ਸਾਡੇ ਚਿੰਤਾ ਨੂੰ ਖਰਾਬ ਕਰਦੇ ਨੇ। ਅਸੀਂ ਪੜ੍ਹਦੇ ਕਾਮ ਕ੍ਰੋਧ ਕਾਇਆ ਕੋ ਗਾਲ, ਨੁਕਸਾਨ ਤਾਂ ਬਹੁਤ ਕਰਦੇ ਨੇ, ਆਉਂਦੇ ਨੇ ਹਨੇਰੀਆਂ ਵਾਂਗ। ਇਸੇ ਕਰਕੇ ਇਹਨਾਂ ਨੂੰ ਹੜ੍ਹ ਕਿਹਾ ਜਾਂਦਾ ਹੈ। ਇਹ ਹੜ੍ਹ ਵਾਂਗ ਆਉਂਦੇ ਨੇ, ਨੁਕਸਾਨ ਕੀਤਾ, ਰੋੜ ਰੜ ਕੇ ਸਭ ਕੁਝ ਲੈ ਗਏ, ਪਰ ਮਨੁੱਖ ਫਿਰ ਦੁਬਾਰਾ ਆਪਣਾ ਤਾਣਾ ਬਾਣਾ ਬਣਾਉਣ ਲੱਗ ਪੈਂਦਾ ਅਤੇ ਪਿਛਲੇ ਸਾਲ ਦੇ ਹੜ੍ਹ ਨੂੰ ਭੁੱਲ ਜਾਂਦਾ ਹੈ। ਜਦੋਂ ਅਗਲੇ ਸਾਲ ਹੁਣ ਦੇਖਦੇ ਨਾ ਅਖਬਾਰਾਂ 'ਤੇ ਵਿੱਚ TV ਦੇਖ ਰਹੇ ਹੋ, ਬਹੁਤ ਥਾਵਾਂ 'ਤੇ ਦਰਿਆਵਾਂ 'ਤੇ ਕਿਨਾਰਿਆਂ 'ਤੇ ਹੜ੍ਹ ਆਏ ਨੇ। 2-3 ਮਹੀਨੇ ਬਾਅਦ ਲੋਕਾਂ ਫਿਰ ਭੁੱਲ ਜਾਣਾ, ਫਿਰ ਆਪਣਾ ਤਾਣਾ ਬਣਾਉਣਾ, ਪਾਣੀ ਥੱਲੇ ਉਤਰਿਆ ਨਹੀਂ ਅਤੇ ਘਰ ਸਾਫ਼ ਸੁਫ ਕਰਕੇ ਫਿਰ ਉੱਥੇ ਹੀ ਆਪਣੇ ਰੋਜ਼ੀ ਰੋਟੀ ਦੇ ਆਹਰ 'ਚ ਲੱਗ ਜਾਣਾ। ਇਹ ਹੜ੍ਹ ਭੁੱਲ ਜਾਣਾ, 6 ਮਹੀਨੇ ਬਾਅਦ ਭੁੱਲ ਜਾਣਾ ਹੈ। ਅਗਲੇ ਸਾਲ ਫਿਰ ਕਿਤੇ ਹੜ੍ਹ ਆਏਗਾ ਤਾਂ ਫਿਰ ਚੇਤਣ, ਫਿਰ ਕਹਿਣਾ ਇਹ ਤਾਂ ਹਰ ਸਾਲ ਹੀ ਆਉਂਦਾ, ਫਿਰ ਯੂਜ਼ ਟੂ ਹੋ ਜਾਂਦਾ ਬੰਦਾ। ਇਸੇ ਕਰਕੇ ਆਮ ਤੌਰ 'ਤੇ ਅਸੀਂ ਆਪਣੇ ਕ੍ਰੋਧ ਦੇ ਵੀ ਯੂਜ਼ ਟੂ ਹੋਏ ਹੋਏ ਹਾਂ। ਇਹ ਤਾਂ ਬੰਦਾ ਰੋਜ਼ ਹੀ ਗੁੱਸਾ ਕਰਦਾ ਜੀ, ਇਹਦਾ ਤਾਂ ਸੁਭਾਅ ਬਣ ਗਿਆ ਜੀ, ਇਹ ਤਾਂ ਗੁੱਸੇ ਵਾਲਾ ਸੁਭਾਅ ਹੈ। ਇਸ ਕਰਕੇ ਅਸੀਂ ਇਸ ਨੂੰ ਸਮਝ ਹੀ ਨਹੀਂ ਪਾਏ ਕਿ ਸਾਨੂੰ ਨੁਕਸਾਨ ਵੀ ਕਰਦਾ। ਕਾਮ ਇੱਕ ਐਸੀ ਚੀਜ਼ ਹੈ, ਕ੍ਰੋਧ ਇੱਕ ਐਸੀ ਜੋ ਹੜ੍ਹ ਵਾਂਗ ਆਉਂਦੇ ਨੇ, ਲੰਘ ਜਾਂਦੇ ਨੇ, ਪਰ ਮੋਹ ਇੱਕ ਐਸਾ ਮਿੱਠਾ ਜ਼ਹਿਰ ਹੈ ਜੋ ਸਦਾ ਨਾਲ ਰਹਿੰਦਾ ਹੈ, ਔਰ ਸਾਰੇ ਮੰਨਦੇ ਨੇ। ਗੁਰਬਾਣੀ 'ਚ ਮੰਨਿਆ ਗਿਆ ਹੈ, ਜਨਮ ਦੇ ਪਹਿਲੇ ਪਲਾਂ ਤੋਂ ਲੈ ਕੇ ਮ੍ਰਿਤੂ ਦੇ ਪਲਾਂ ਤੱਕ ਮੋਹ ਨਾਲ ਸਫ਼ਰ ਕਰਦਾ ਹੈ। ਔਰ ਇਸੇ ਕਰਕੇ ਬਾਰ-ਬਾਰ ਪਾਵਨ ਬਾਣੀ 'ਚ ਮੋਹ ਦਾ ਵਿਨਾਸ਼, ਮੋਹ ਦਾ ਤੋੜਨਾ, ਮੋਹ ਦਾ ਨਾਸ਼, ਮੋਹ ਦੇ ਤੰਦਾਂ ਦਾ ਵਿਕਾਰਾਂ ਨੂੰ ਤੋੜਨਾ। ਗੁਰਬਾਣੀ 'ਚ ਕਿਹਾ ਕਿ ਭਾਈ ਸਿਮਰਨ ਕਰਕੇ, ਜਪ ਕਰਕੇ ਆਪਣੇ 'ਤੇ ਪਏ ਹੋਏ ਮੋਹ ਦੇ ਪ੍ਰਭਾਵ ਨੂੰ ਤੋੜ ਲਓ। ਹੇਤ ਕੇ ਬੰਧਨ ਤੋੜ ਨਾ ਸਕਹਿ। ਆ ਬੰਦੇ ਸੀ ਹੇਤ ਕਹਿੰਦੇ ਨੇ ਮੋਹ ਨੂੰ, ਮੋਹ ਦੇ ਬੰਧਨ ਨੂੰ ਤੋੜ ਨਹੀਂ ਪਾਏ, ਅਤੇ ਨਤੀਜਾ ਜਮ ਸਾਨੂੰ ਖੁਆਰ ਕਰਦਾ ਹੈ।
पर अज महाराज इसी गल कहते माया मोह सब दुख है भाई। तो माया तो माया के मोह करके जितने असीं कर्म करते हैं उन्हां दे विचों निकलदा दुख ही है। तो फिर की करिए? काम ना करिए, किरत विहार ना करिए। महाराज कहने लगे नहीं करना तो जरूर पैना, क्योंकि किरत करना सानूं पहला उपदेश है साडे वास्ते। तो उपदेश ही पहला किरत करना है, क्योंकि वाहिगुरू जी का स्वरूप ही करता है। वो भी सब हर वक्त कुछ ना कुछ करी जाता है। कदे अज तक गुरबाणी दर्शन च ऐसा जिक्र किया कि परमात्मा वाहिगुरू जी बिल्कुल सुन समाज च बैठे नहीं करता है, तो पुरख भी है। हर वक्त उहदे विचों कुछ ना कुछ रचना हो रही है, हर वक्त उहदी रचना निरंतर जारी है। दुनिया सारी दी रचना जारी, रचनावां क्रियावां रुक जाणगियां, पर करते दियां जो क्रियावां ने वो नहीं रुकणियां, क्योंकि वो निरंतर ने, वो लगातार ने। वो करता जो होया तो किसी के भय विच भी नहीं कर रहा, किसी तो डर के भी नहीं कर रहा, निरभौ भी है तो निर्भैर भी है, अपनी मौज विच है। इसे करके उन्होंने मौज विच कहने सहभंग है, सुते प्रकाश है। जिवें सूरज दी किरणां हमेशा निकलदियां ने, साडे वास्ते दिन ते रात है ना, पर सूरज वास्ते दिन ते रात नहीं है। उहदियां ते किरणां एक रस एक आवरल चल रही ने, साडे वास्ते दिन ते रात ग्रहां की चाल करके बन जाती है। असीं कहने दिन चढ़दा है, सूरज चढ़दा ते सूरज डुबदा है, पर ना सूरज चढ़दा ते ना सूरज डुबदा है। सूरज सदी भी है, सूरज है तो सूरज चमकदा, बस इतना ही है कि सूरज चमक रहा है। इसी तरह करता पुरख की क्रियावां भी सदा हो रही हैं, वो बदलदियां नहीं, वो करता है। सानू इसी करके किरते दे नाल जुड़न वास्ते किरत जोड़ी गई है कि तुसीं किरत करया करो। किरती व्यक्ति ही करते ना छेती जुड़ेगा, पर किरत करन दा तरीका बदल रही है। शारीरिक किरत करन दा तरीका मत बदलीए, दुनियावी हुनर स्किल जो कुछ ने वो मत बदल रही है। बदलना की है, असीं मानसिक भाव बदलने बस। किरत करदियां होयां अपने मन के भावां नूं बदलना है, विचारां नूं बदलना है, संकल्पां नूं बदलना है। जे असीं लालच करके करते हैं, बेईमानियां करके करते हैं, ठगियां मारन वास्ते करते हैं, तो नतीजा यकीनन दुख निकलेगा। तो जे ही शुकराने के भाव च करते हैं, भाव सेवा का हो जाता है, भाव समर्पण का हो जाता है, भाव शुकराने का हो जाता है, तो यकीनन मनुख सुखी होगा। इत्थे अमीरी ते गरीबी की असीं चर्चा नहीं कर सकते, इत्थे दुख ते सुख की चर्चा है। बस अपने भावां नूं बदलना है, तो जो कुछ भी करना है असां पूरा ते श्रेष्ठता न करना। महाराज कहने लगे ये माया ते माया दे मोह दे विच जितने व्यक्ति कर्म करते ने नतीजा दुख निकलता है, क्योंकि खोटा ये व्यापार आ राम प्यारिओ, ये माया मोह का व्यापार खोटा जे। इस करके मोह माया के व्यापार मत करो। तो महाराज कैसे व्यापार करिए? कहने लगे रतन पदार्थ बन जीए। वो भाई सत का व्यापार करया करो। सत के व्यापार का भाव है जो कुछ भी करते हो सच्चे सुचे होके करो। कम से कम अपने सतगुरु के अगे तो मुख उजला लैके जा सकीए। तो सियाणे मनते ने जिस कर्म नूं करन के सानू आओ कर्म अपने मापियां तो छुपाना पवे वो गलत है। जिस कर्म नूं करके सानू अपने परिवार जो अजकल आप स्पाउस कह लग पे पति पत्नी, इस तो छुपाना पवे वो कर्म गलत है। जिस कर्म नूं करके अपने भैन भरावां तो लुकाना पवे वो कर्म गलत है। तो जिस कर्म नूं अपने बच्चियां तो भी छुपाना पवे वो कर्म गलत है। बस चार नुकते क्लीयर कर लीए कि जो कर्म किया है मेरे बच्चों को पता लगे, कोई गल नहीं, खुशी ना दसो पिया बेटा मैं काम करके आया। अपने भैन भरावां दसो कि आ कीता जे, जाके खुशी ना अपने स्पाउस परिवार के जीए पति पत्नी दसो किसी आ काम कीते, तो जाके बजुर्गों ने दसो किसी आ काम कीते। छुपाना ना पवे तो समझ लो वो कर्म सत आधारित होगा, वो कर्म ठीक होगा। असें किसी होर नूं जवाबदेही होए कि नहीं होए पता नहीं, असीं किसी दे जवाबदेही भी नहीं है। इन्हां तो चौं तो अलावा असीं होर किसी दे जवाबदेही भी बहुते नहीं हुंदे। आंढियां गुआंढियां नूं की फर्क पैंदा तुसीं की करदे हो ते की नहीं करदे। असीं जो कुछ भी करते हैं फर्क पैंदा साडे मापिआं नूं, फर्क पैंदा साडे भैन भरावां नूं, फर्क पैंदा पति पत्नी संबंधां ते फर्क पैंदा साडे बच्चिआं ते। अज जो कुछ भी असीं करांगे दा फर्क साडा सीधे तौर ते साडे बच्चिआं ते पवेगा। साडे मापिआं ने जो कुछ कीता
ਉਹਦਾ ਸਿੱਧਾ ਫਰਕ ਸਾਡੇ 'ਤੇ ਪੈ ਰਿਹਾ ਤੇ ਸਾਡੇ ਭੈਣ ਭਰਾਵਾਂ 'ਤੇ ਪੈ ਰਿਹਾ। ਇਸ ਕਰਕੇ ਅਸੀਂ ਜੋ ਕੁਝ ਕਰਨਾ ਵਾਸਤੇ 4 ਨੁਕਤੇ ਕਲੀਅਰ ਕਰ ਲਈਏ, ਅਸੀਂ 4 ਨੂੰ ਜਵਾਬਦੇਹ ਹੋ ਜਾਈਏ ਤੇ ਸ਼ਾਇਦ ਅਸੀਂ ਰੱਬ ਨੂੰ ਜਵਾਬ ਦੇ, ਫਿਰ ਸਾਨੂੰ ਮੂੰਹ ਨਹੀਂ ਲੁਕਾਉਣਾ ਪਏਗਾ। ਸਮਾਜ ਵਿੱਚ ਉੱਚੇ ਤੌਰ 'ਤੇ ਬਾਂਹ ਖਿਲਾਰ ਕੇ ਕਹਿ ਸਕਾਂਗੇ ਮੈਂ ਕੀਤਾ, ਕਿਉਂਕਿ ਸਾਨੂੰ ਪਤਾ ਅਸੀਂ ਠੀਕ ਕੀਤਾ। ਤੇ ਜੇ ਲੁਕਾਉਣਾ ਪੈ ਰਿਹਾ ਤੇ ਸਮਝ ਲਈ ਆਪ ਹੀ ਗਲਤ ਕੀਤਾ, ਤੇ ਜੋ ਗਲਤ ਕੀਤੇ ਉਹ 'ਚ ਦੁੱਖ ਤੇ ਨਿਕਲੇਗਾ ਨਾ। ਇਸੇ ਕਰਕੇ ਗੁਰੂ ਨਾਨਕ ਜੀ ਨੇ ਸਾਨੂੰ ਇਹ ਤੇ ਕਿਹਾ, ਕਿਰਤ ਕਰੋ ਤੇ ਨਾਮ ਜਪਦੇ ਸਤ ਕਰਕੇ ਕਰੋ। ਤੁਸੀਂ ਸ਼ੌਕ ਨਾ ਦੱਸੋ ਮੈਂ ਕੰਮ ਕਰਕੇ ਆਇਆ ਭਾਈ। ਇਹ 'ਚ ਅਮੀਰੀ ਗਰੀਬੀ ਅਲੱਗ ਹੋ ਸਕਦੀ ਹੈ, ਫੈਸਲਾ ਗਲਤ ਹੋ ਸਕਦਾ ਹੈ। ਹੋ ਸਕਦਾ ਤੁਸੀਂ ਸੌਦਾ ਕੀਤਾ ਘਾਟੇ ਦਾ ਹੋ ਜਾਏ, ਹੋ ਸਕਦਾ ਸੌਦਾ ਕੀਤਾ ਮੁਨਾਫੇ ਦਾ, ਕਿਉਂਕਿ ਸੌਦਿਆਂ 'ਚੋਂ 2 ਚੀਜ਼ਾਂ ਨਿਕਲਣੀਆਂ ਨੇ, ਤੀਸਰੀ ਚੀਜ਼ ਤਾਂ ਨਿਕਲਣੀ ਕੋਈ ਨਹੀਂ। ਅੱਜ ਤੱਕ ਐਸਾ ਨਹੀਂ ਹੋਇਆ ਕਿ ਕੋਈ ਕਹੇ ਦੇਖੋ ਜੀ ਫਾਇਦਾ ਵੀ ਨਹੀਂ ਹੋਇਆ, ਇਹ 'ਚ ਨੁਕਸਾਨ ਵੀ ਨਹੀਂ ਹੋਇਆ, ਤਾਂ ਫਿਰ ਕੁਛ ਵੀ ਤਾਂ ਨਹੀਂ, ਤੁਸੀਂ ਕੀਤਾ ਹੀ ਕੁਝ ਨਹੀਂ। ਇਸ ਕਰਕੇ ਮਹਾਰਾਜ ਕਹਿਣ ਲੱਗੇ ਖੋਟਾ ਵਪਾਰ ਕੀ ਹੈ, ਜੋ ਛੁਪਾਉਣਾ ਪਵੇ, ਅਤੇ ਜੋ ਸਰੇਆਮ ਕਰ ਦਿਓ, ਭਾਵ ਦਿਖਾ ਕੇ ਕਰ ਦਿਓ, ਦੱਸ ਕੇ ਕਰ ਦਿਓ, ਉਹ ਸੱਚਾ ਵਿਚਾਰ ਹੈ, ਖੋਟ ਨਹੀਂ ਉਹਦੇ ਵਿੱਚ। ਅਸੀਂ ਕੀ ਕਰਦੇ ਹਾਂ ਹੁਣ, ਖੋਟ ਸਾਡੀ ਦੇਖੀ ਜਾਏ, ਕੂੜ ਬੋਲ ਬਿਖ ਖਾਵਣੀ। ਅੱਜ ਸੰਸਾਰ 'ਚ ਹੈ ਨਾ, ਕਿਸੇ ਦੇ ਸਰੀਰ ਵਿੱਚ ਅਗਰ ਕੋਈ ਪਾਇਜ਼ਨ ਚਲਾ ਜਾਏ ਤਾਂ ਸਰੀਰ 'ਚ ਕਈ ਪ੍ਰਕਾਰ ਦੇ ਹੌਲੀ ਹੌਲੀ ਰੋਗ ਪ੍ਰਗਟ ਹੋ ਜਾਂਦੇ ਨੇ। ਇੱਕ ਸ਼ਬਦ ਅੰਗਰੇਜ਼ੀ ਵਿੱਚ ਸਲੋ ਪਾਇਜ਼ਨ, ਪੁਰਾਣੇ ਪੰਜਾਬ ਵਿੱਚ ਮਿੱਠਾ ਜ਼ਹਿਰ ਕਹਿੰਦੇ ਹੁੰਦੇ ਸੀ। ਕਿਸੇ ਨੂੰ ਸਿੱਧੇ ਤੌਰ 'ਤੇ ਨਹੀਂ ਮਾਰਨਾ, ਹੌਲੀ ਹੌਲੀ ਮਾਰਨਾ ਹੈ ਅਤੇ ਮਿੱਠਾ ਜ਼ਹਿਰ ਦੇ ਦਿਓ, ਉਹ ਹੌਲੀ ਹੌਲੀ ਬਿਮਾਰ ਹੋ ਜਾਏਗਾ। ਬਿਮਾਰ ਹੁੰਦੇ ਸਰੀਰ 'ਚ ਕਈ ਰੋਗ ਪ੍ਰਗਟ ਹੋ ਜਾਣਗੇ ਜੋ ਲਾਇਲਾਜ ਹੋ ਜਾਣਗੇ, ਹੌਲੀ ਹੌਲੀ ਬੰਦਾ ਆਪੇ ਹੀ ਮਰ ਜਾਏਗਾ। ਅਤੇ ਮਹਾਰਾਜ ਕਹਿਣ ਲੱਗੇ ਉਹ ਤਾਂ ਸੰਸਾਰ ਵਿੱਚ ਹੈ ਨਾ, ਪਰ ਤੁਸੀਂ ਤਾਂ ਖੁਦ ਜ਼ਹਿਰ ਖਾ ਰਹੇ ਹੋ। ਕੀ ਕਹਿ ਰਹੇ, ਕੂੜ ਬੋਲਦੇ ਹੋ। ਕੂੜ ਦਾ ਨਿਹਰਾ ਲਫ਼ਜ਼ੀ ਝੂਠ ਨਹੀਂ ਹੈ। ਕੂੜ ਦਾ ਮਤਲਬ ਹੈ ਅਸੀਂ ਇਸ ਢੰਗ ਨਾਲ ਗੱਲਾਂ ਕਰਦੇ ਹਾਂ ਜਿਹਦੇ ਨਾਲ ਦੂਜੇ ਦਾ ਨੁਕਸਾਨ ਹੋ ਰਿਹਾ ਹੋਵੇ, ਬਸ ਉਹ ਕੂੜ ਹੈ। ਜਿਸ ਵਿੱਚ ਰੱਬ ਦਾ ਚਿੰਤਨ ਤਾਂ ਹੈ ਹੀ ਨਹੀਂ, ਜਿਸ ਵਿੱਚ ਨਿੰਦਾ ਹੈ, ਈਰਖਾ ਹੈ, ਚੁਗਲੀਆਂ ਨੇ, ਦੂਸਰੇ ਵਿਅਕਤੀ ਦੇ ਪ੍ਰਤੀ ਮਾੜੇ ਕਮੈਂਟਸ ਨੇ, ਦੂਜਿਆਂ ਦੀ ਧਨ ਦਾ ਬਾਰੇ ਚਰਚਾ ਹੈ, ਦੂਜਿਆਂ ਦੇ ਤਨ ਦਾ ਚਰਚਾ ਹੈ, ਦੂਜਿਆਂ ਦੀ ਇੱਜ਼ਤ ਦਾ ਚਰਚਾ ਹੈ। ਸਿਆਣੇ ਕਹਿੰਦੇ ਨੇ ਜਿਸ ਕਰਮ ਕਰਕੇ ਕਿਸੇ ਦੀ ਇੱਜ਼ਤ 'ਤੇ ਦਾਗ ਲੱਗਦਾ ਹੋਵੇ, ਜਿਸ ਕਰਮ ਕਰਕੇ ਕਿਸੇ ਦੀ ਜਾਨ ਜਾਂਦੀ ਹੋਵੇ, ਜਿਸ ਕਰਮ ਕਰਕੇ ਕਿਸੇ ਦਾ ਧਨ ਨੁਕਸਾਨ ਹੁੰਦਾ ਹੋਵੇ, ਇਹ ਕਰਮ ਗਲਤ ਹੁੰਦੇ ਨੇ, ਇਹ ਪਾਪ ਕਰਮ ਹੁੰਦੇ ਨੇ। ਤੁਸੀਂ ਅਗਰ ਬੋਲਦੇ ਹੋ, ਕੋਈ ਕਿਰਿਆ ਕਰਦੇ ਹੋ, ਕਿਸੇ ਦਾ ਆਰਥਿਕ ਨੁਕਸਾਨ ਹੋ ਗਿਆ, ਪਾਪ ਹੈ, ਗਲਤ ਕਰਮ ਹੈ। ਕਿਸੇ ਦੀ ਜਾਨ ਗਈ ਤੁਹਾਡੇ ਕਰਕੇ, ਗਲਤ ਕਰਮ ਹੈ। ਜੇ ਤੁਹਾਡੇ ਕਿਸੇ ਕਰਕੇ ਕਿਸੇ ਦੀ ਬੇਇੱਜ਼ਤੀ ਹੋਈ ਹੈ, ਇੱਜ਼ਤ ਗਈ ਹੈ, ਤੇ ਵੀ ਗਲਤ ਕਰਮ ਹੈ। ਔਰ ਸਾਡੇ 'ਚੋਂ ਅਸੀਂ ਕਿਸੇ ਦਾ ਆਰਥਿਕ ਨੁਕਸਾਨ ਨਹੀਂ ਕਰ ਪਾਏ, ਅਸੀਂ ਕਿਸੇ ਦਾ ਸਰੀਰਕ ਨੁਕਸਾਨ ਵੀ ਨਹੀਂ ਕਰ ਪਾਏ, ਪਰ ਅਸੀਂ ਪੁਰਜ਼ੋਰ ਯਤਨ ਕਰਦੇ ਹਾਂ ਕਿ ਇਹਦੀ ਬੇਇੱਜ਼ਤੀ ਤਾਂ ਜ਼ਰੂਰ ਹੋ ਜਾਏ। ਔਰ ਖ਼ਾਸ ਕਰਕੇ ਰਾਜਨੀਤੀ ਵਿੱਚ, ਔਰ ਇਹ ਰਾਜਨੀਤੀ ਸਮਾਜਿਕ ਤੌਰ 'ਤੇ ਬੇਇੱਜ਼ਤੀ ਕਰਦਾ ਹੈ। ਅੱਜ ਮਹਾਰਾਜ ਨੇ ਇਹ ਕੂੜ ਹੈ, ਇਹ ਸਾਰੇ ਕਰਤੱਵ ਕੂੜ ਨੇ। ਕੂੜ ਬੋਲ ਬਿਖ ਖਾਵਣੀ, ਅਸੀਂ ਇਹ ਕੂੜ ਬੋਲਦੇ ਹਾਂ, ਅਤੇ ਕੂੜ ਬੋਲਣ ਦਾ ਮਤਲਬ ਕੀ, ਅਸੀਂ ਜ਼ਹਿਰ ਖਾ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਦੂਜੇ ਦੇ ਬਾਰੇ ਮੰਦਾ ਬੋਲ ਕੇ ਉਹਦਾ ਨੁਕਸਾਨ ਕਰ ਰਹੇ ਹਾਂ, ਪਰ ਉਹਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ। ਆਪਣੇ ਅੰਦਰ ਜ਼ਹਿਰ ਪਾ ਰਹੇ, ਤਾਂ ਨਤੀਜਾ ਕੀ ਨਿਕਲੇਗਾ, ਬਹੁ ਵਧ ਹੈ ਵਿਕਾਰਾ ਰਾਮ। ਮਹਾਰਾਜ ਕਹਿਣ ਲੱਗੇ ਭਾਈ ਚੇਤਾ ਰੱਖਣਾ, ਜਿਵੇਂ ਕਿਸੇ ਨੂੰ ਜ਼ਹਿਰ ਖਵਾ ਦਈਏ ਅਤੇ ਉਹਦੇ ਸਰੀਰ 'ਚ ਕਈ ਪ੍ਰਕਾਰ ਦੇ ਰੋਗ ਪੈਦਾ ਹੋ ਸਕਦੇ ਨੇ, ਇਸੇ ਤਰ੍ਹਾਂ ਜਦੋਂ ਅਸੀਂ ਇਹੋ ਜਿਹਾ ਕੂੜ ਦੇ ਬੋਲ ਬੋਲਦੇ ਹਾਂ, ਨਿੰਦਾ ਚੁਗਲੀ ਕਰਦੇ ਹਾਂ, ਮਾੜੇ ਬੋਲ ਬੋਲਦੇ ਹਾਂ, ਅਤੇ ਸਮਝ ਲਓ ਅਸੀਂ ਜ਼ਹਿਰ ਖਾ ਰਹੇ ਹਾਂ। ਇਸ ਜ਼ਹਿਰ ਦੇ ਨਾਲ, ਇਸ ਈਰਖਾ ਦੇ ਬੋਲਾਂ ਦੇ ਨਾਲ ਸਾਡੇ ਅੰਦਰ ਵਿਕਾਰ ਪੈਦਾ ਹੋਣਗੇ। ਉਹਨਾਂ ਵਿਕਾਰਾਂ 'ਚ ਹੋ ਸਕਦਾ ਹੈ ਕਾਮ ਪ੍ਰਗਟ ਹੋ ਜਾਏ, ਕ੍ਰੋਧ ਪ੍ਰਗਟ ਹੋ ਜਾਏ, ਲੋਭ ਹੋ ਜਾਏ, ਮੋਹ ਹੋ ਜਾਏ, ਹੰਕਾਰ ਹੋ ਗਏ, ਕਈ ਪ੍ਰਕਾਰ ਦੀਆਂ ਸਿਆਣੇ ਮੰਨਦੇ ਨੇ ਸਾਡੀਆਂ 25 ਪ੍ਰਕਾਰ ਦੀਆਂ ਪ੍ਰਕਿਰਤੀਆਂ, ਜਿਹਨੂੰ ਆਪਾਂ ਪੰਜਾਬੀ 'ਚ ਸੁਭਾਅ ਕਹਿੰਦੇ ਹਾਂ, ਸਾਡੇ ਸੁਭਾਅ ਦੇ 25 ਪ੍ਰਕਾਰ ਦੇ ਤੱਕ ਵੱਖ-ਵੱਖ ਰੂਪ ਹੁੰਦੇ ਨੇ। ਉਹਨਾਂ 'ਚੋਂ ਮਾੜੇ ਵੀ ਹੁੰਦੇ ਨੇ, ਚੰਗੇ ਵੀ ਹੁੰਦੇ ਨੇ। ਅਤੇ ਜਦੋਂ ਅਸੀਂ ਜ਼ਹਿਰ ਇਹੋ ਜਿਹਾ ਪਾਵਾਂਗੇ ਆਪਣੇ ਬੋਲਾਂ ਦਾ ਅੰਦਰ, ਅਤੇ ਮਾੜੇ ਅਨਸਰ ਸਾਡੇ ਅੰਦਰ ਜਨਮ ਲੈਣਗੇ, ਮਾੜੇ ਫੁਰਨੇ ਸਾਡੇ ਅੰਦਰ ਚੱਲਣਗੇ, ਮਾੜੇ ਵਿਚਾਰ ਸਾਡੇ ਅੰਦਰ ਚੱਲਣਗੇ। ਹੋਰ ਕਿਸ ਦਾ ਨੁਕਸਾਨ ਹੋਏਗਾ ਨਹੀਂ, ਆਪਣੇ ਅੰਦਰ ਬੇਚੈਨੀਆਂ ਜ਼ਰੂਰ ਪ੍ਰਾਪਤ ਕਰ ਲਵਾਂਗੇ। ਬਹੁਵਧ ਹੈ ਵਿਕਾਰਾਂ, ਫਿਰ ਇਹਦਾ ਸਭ ਤੋਂ ਵੱਡਾ ਕੀ ਨੁਕਸਾਨ ਹੁੰਦਾ ਹੈ, ਸਹਿਸਾ ਇਸ ਸੰਸਾਰ। ਸਭ ਤੋਂ ਵੱਡੀ ਗੱਲ, ਇੱਕ ਸਹਿਸਾ ਪੈਦਾ ਹੋ ਜਾਂਦਾ ਹੈ।
जिस दे बारे असां बुरा बोले एक सहसा बन गया, एक डर जिहा नाल चल पैंदा है, किते उहनूं पता तो नहीं लग गया, बस एक सदा ही डर पैदा हो जाता है। असीं किसी दे बारे मंदा बोल बोल बैठे हाँ, सारी उम्र जदों भी किते सामने वो आएगा और वो तीजा व्यक्ति जिहदे नाल असीं उहदे बारे गल कीती होएगी, वो आपस में दो किते गल करनगे, साडे अंदर उर्दू च कहंदे खदशा, सहसा, ये साडे अंदर खदशा बरकरार रहेगा, डाउट रहेगा, किते मेरा पर्दा तो नहीं खोल देगा, किते मेरी गल दसते नहीं है कि मैं इहदे बारे आ के आ, ये सहसा बन जाएगा, ये खदशा बरकरार रहेगा, ये डाउट बरकरार रहेगा, तो नतीजा बेचैनी बरकरार रहेगी, बेचैन होंदे रहांगे, तो डरदे रहांगे। असीं एक खामखा दा एक दुश्मन अपना तैयार कर लिया मन दे विच। महाराज कहन लगे बहुवध विकारा, अनेकां प्रकार दीआं माड़ियां प्रकृतियां, माड़े सुभाव साडे अंदर प्रगट होणगे, विकार जन्म लैणगे, ते सब तो वड्डी गल इहदे सदके एक सहसा बन जाएगा। असीं कहने ना सहसे जियो मलीन है, फिर इन्हां दुनिया भर के दुविधावां करके सहसियां करके मन विच मलीनता पैदा होती है। मलीनता का भाव हुंदा कि मन च अपने ही मन विच कई बार सानू अपनी गिल्टियां फील लग पैंदियां ने, कई बार असीं अपने ही इन्हां मन के प्रभावां करके डिप्रैस होण लग पैने आ, कई बार इन्हां अपने ही कीतियां गलतियां करके इन्हां शब्द हिंदी च कुंठित, इन्ने कुंठित हो जाने आ, जिन्हों असीं पंजाबी च कहने आ कि साडे मनां च कुछ गंढां वज जांदियां ने, ते उन्हां वजियां होईयां गंढां दे सदके असीं मानसिक दबाव लै लैने आ। महाराज कहन लगे ये बहुवध विकारा, सहसा है संसारा, पर चेता रखना बिन नावै पत खोई, क्योंकि जो बोल बोले सन वो सत दे ते बोले नहीं सन, बोले सन कूड़ दे बोल, ते कूड़ दे बोलां दे विचों फिर दुख निकलिया, नाम ते प्रगट होया नहीं, ते नाम नहीं होया, ते अपनी इज्जत गवा बैठदा है। हौली हौली समाज विच ये गल प्रचलित हो जाती कि ये झूठा है, ये ते निंदा करदा है, ये ते आदत है चुगलियां करन दी। आ वेखिया ना समाज विच बहुत सारे लोग ने साडे समाज जिन्हां दे बाबत असीं जाणदे आ एक चंगा बंदा नहीं जी, देखो जी तो माड़ी गल ही करदा है, ये हर वक्त क्रिटिसाइज ही करेगा, हर वक्त निंदा ही करेगा, ये तो हर एक दी निंदा करदा है जी, हर एक ते क्रिटिसाइज करदा है जी, हर एक ते टिप्पणी करदा, तो फिर लोग उतों बचन लग पैंदे, लोग उतों कट्टण लग पैंदे, लोग उतों पासे होण लग पैंदे ने, तो उस व्यक्ति की इज्जत नहीं रहिंदी। महाराज भी कहण लगे चेता रखना तुहाडे बोले हुए बोल जिन्हां विच नाम दा चर्चा नहीं सी, नतीजन तुहाडी बेइज्जती का कारण बनते हैं। तो सारे मनते हैं ना कि साडे बोल ही साडी इज्जत बनाते ने, साडे बोल ही साडी बेइज्जती करवाते हैं। तो अगे जाके पाठ करदे अपने पढ़ना है, जिन्होंने असीं दखणी ओंकार कहते हैं, ओंकार रामकली विच आम तौर पर दखणी ओंकार कहा जाता है। कुछ बड़ा प्यारा वचन, टूट प्रीत गई, संसार की प्रीत टुटदी है किन्हां करके, बुर बोल बुरे बोल करके। तुसीं एक लफ्ज़ भैन भरावां च कुछ बुरा कह दिओ, वो गंढ बन जाती है और संबंध तर्क टुट जाते हैं। महाराज भी कहने लगे इस कूड़ दे बोलां ने, कूड़ दी चर्चा ने पता की दिता है, बेइज्जती दिती है, अपमान दिता है, फिर हर थां ते बदनाम हो जाता है। महाराज कहने लगे मनुख कूड़ बोल बिख खावही, बहुवध विकारा राम, बहुवध विकारा सहसा है संसारा, बिन नावै पत खोई, पढ़ पढ़ पंडित वाद वखाण है। विद्वान लोग भी बचे नहीं है जितों कहने धार्मिक लोग बड़े विद्वान लगते हैं, बहुत पढ़े लिखे लोग। पंडित का मतलब कि जातिवादक पंडित नहीं गए, आम तौर से पंडित जातिवादक बना लेने आ। जातिवादक ब्राह्मण शब्द है, जो वर्ण वंड का शब्द है वो ब्राह्मण है। पंडित का मतलब है विद्वान। सगों विद्वान व्यक्ति जो बहुते पढ़े लिखे ने वो बहुती चर्चा करते हैं, बहुते कमेंट्स करते हैं, बहुते हो जे वाद विवाद पैदा करते हैं। अज भी साडे च जिहड़े दो चार अखर अपने आप को पढ़ा लिखा मनते हैं, तो खास करके धर्म खेत्र विच ने, उन्हां दा बहुता काम की है वाद विवाद पैदा करना। असीं किते दूर ना जाइए, अपने ही धर्म खेत्र सिख मंडल विच कितने विवाद पैदा होए ने, ते कि ये विवाद संगत ने पैदा कीते ने, कि ये विवाद आम जियां ने पैदा किए? नहीं, ये विवाद उन्हां लोकां ने पैदा किए ने
ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਮੰਨ ਬੈਠੇ ਸਨ, ਜਿਹਨੂੰ ਅਸੀਂ ਕਦੇ ਕਦੇ ਕਹਿੰਦੇ ਨੇ ਕਿ ਉਹਨੂੰ ਸ਼ੱਕ ਪੈ ਗਿਆ ਕਿ ਅਸੀਂ ਵਿਦਵਾਨ ਹੋ ਗਏ ਹਾਂ। ਬਸ 2 ਕਿਤਾਬਾਂ ਪਾਈ ਪੜ੍ਹ ਲਈਆਂ, ਇੱਕ ਐਂਗਲ ਦੀ ਚਰਚਾ, ਥੋੜ੍ਹੀ ਜਿਹੀ ਡੀਪ ਜਾਣਕਾਰੀ ਆ ਗਈ, ਇਹਨੇ ਵਿਵਾਦਤ ਬਿਆਨ ਦਿੰਦਾ ਹੈ, ਵਿਵਾਦਿਤ ਬੋਲ ਜਿਹਨੇ ਕਥਾ ਵਿਵਾਦ ਭਰਪੂਰ ਹੋਣ ਲੱਗ ਪਈ ਹੈ, ਅਤੇ ਨਤੀਜਾ ਕੀ, ਸੰਗਤ ਵਿੱਚ ਦੁਬਿਧਾ ਪੈਦਾ ਹੋ ਗਈ। ਚੰਗੇ ਭਲੇ ਮਾਹੌਲ ਨੂੰ ਅਸੀਂ ਵਿਗਾੜ ਬੈਠਦੇ ਹਾਂ। ਪਰ ਮਹਾਰਾਜ ਅੱਜ ਤੇ ਬੜੇ ਪੁਰਾਣੇ ਵਕਤ ਤੋਂ ਇਹ ਚੱਲਦਾ ਆਇਆ, ਲੋਕ ਇਸ ਤਰੀਕੇ ਨੂੰ ਵਰਤਦੇ ਆ ਰਹੇ ਨੇ। ਪੜ੍ਹ ਪੰਡਤ ਵਾਦ ਵਖਾਣੇ, ਪੜ੍ਹਦੇ ਨੇ ਬਹੁਤ ਜ਼ਿਆਦਾ, ਪਰ ਪੜ੍ਹਦੇ ਕਿਸ ਕਰਕੇ ਨੇ, ਵਿਵਾਦ ਪੈਦਾ ਹੋ ਗਿਆ। ਅਤੇ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ, ਕਦੇ ਪਾਠ ਕਰਦੇ ਪੜ੍ਹਾਂ, ਬਾਦੀ ਬਿਨਸਹਿ, ਜਿਤਨਾ ਵਿਵਾਦ ਪੈਦਾ ਕਰੋਗੇ ਨਾ ਉਨਾ ਹੀ ਵਿਨਾਸ਼ ਨਜ਼ਦੀਕ ਆ ਜਾਏਗਾ। ਤੁਹਾਡਾ ਅੰਦਰ ਦਾ ਜੋ ਸ਼ੁਭ ਗੁਣ ਜੋ ਕੋਈ ਤੁਹਾਡਾ ਸਟਰਕਚਰ ਅੰਦਰ ਦਾ ਬਣਿਆ ਹੋਏ ਉਹ ਵਿਨਾਸ਼ਿਤ ਹੋ ਜਾਏਗਾ। ਅਤੇ ਮਹਾਰਾਜ ਫਿਰ ਕੀ ਕਰੀ ਤਾਂ ਕਿ ਇਸ 'ਤੇ ਵਿਕਾਸ ਕਰੀਏ, ਕਿ ਖੋਜੀ ਉਪਜੈ, ਵਿਵਾਦ ਦੀ ਬਜਾਏ ਖੋਜ ਕਰਿਆ ਕਰੋ, ਸਮਾਜ ਵਿੱਚ ਖੋਜ ਕਰੋ, ਸੰਸਾਰ ਦੇ ਨਿਯਮਾਂ ਦੀ ਖੋਜ ਕਰੋ, ਬਣਤਰਾਂ ਦੀ ਖੋਜ ਕਰੋ, ਰੱਬ ਦੇ ਇੰਨੀਆਂ ਦਾਤਾਂ ਦਿੱਤੀਆਂ ਨੇ, ਖੋਜ ਕਰਿਆ ਕਰੋ ਉਹਨਾਂ ਦੀ। ਮਹਾਰਾਜ ਤੇ ਕਹਿੰਦੇ ਬੰਦੇ ਖੋਜ ਦਿਲ, ਹਰ ਰੋਜ਼ ਤੂੰ ਬਾਹਰ ਨਹੀਂ ਖੋਜ ਸਕਿਆ ਤੇ ਅੰਦਰ ਖੋਜ, ਆਪਣੇ ਹਿਰਦੇ 'ਚ ਖੋਜ। ਅੰਦਰ ਹੀ ਕਰਤੇ ਨੇ ਬਹੁਤ ਕੁਝ ਪਾ ਕੇ ਦਿੱਤਾ ਹੈ। ਅਸੀਂ ਬੜੀ ਵਾਰ ਪਾਠ ਕਰਦੇ ਪੜ੍ਹਿਆ, ਕਰਤਾ ਪੁਰਖ ਨੇ ਅੰਦਰ ਅੰਮ੍ਰਿਤ ਭਰ ਕੇ ਦਿੱਤਾ ਹੈ, ਅੰਦਰ ਗਿਆਨ ਦਾ ਭੰਡਾਰ ਭਰ ਕੇ ਦਿੱਤਾ ਹੈ, ਅੰਦਰ ਸਾਡੇ ਗੁਣਾਂ ਦਾ ਖਜ਼ਾਨਾ ਭਰ ਕੇ ਦਿੱਤਾ ਹੈ, ਅੰਦਰ ਅੰਮ੍ਰਿਤ ਦਾ ਖੂਹ ਹੈ। ਅਤੇ ਮਹਾਰਾਜ ਤੇ ਤਾਂ ਕਹਿੰਦੇ ਨੇ ਜੋ ਬ੍ਰਹਮੰਡ ਵਿੱਚ ਹੈ ਉਹ ਸਾਰਾ ਹੀ ਅੰਸ਼ਾਤਮਕ ਨੁਕਤਿਆਂ ਕਰਕੇ ਤੇਰੇ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡ ਹੈ। ਆ ਸ਼ਬਦ ਕਦੇ ਕਦੇ ਪੜ੍ਹਿਆ ਹੋਣਾ, ਕਾਇਓ ਦੇਵਾ, ਕਾਇਓ ਦੇਵਲ, ਕਾਇਆ ਹੀ ਦੇਵਤਾ ਹੈ। ਕਾਇਆ ਨੂੰ ਸੰਭਾਲ ਲਓ ਅਤੇ ਸੰਸਾਰ ਸੰਭਾਲਿਆ। ਅਸੀਂ ਆਪਣੀ ਦੁਨੀਆ ਸੰਭਾਲਣੀ ਹੈ ਅਤੇ ਕਿਸੇ ਕਿਤੇ ਜਾ ਕੇ ਦਿਸ਼ਾਵਾਂ 'ਚ ਠੁੰਮਣੀਆਂ ਦੇਵਾਂਗੇ ਨਹੀਂ। ਜੇ ਆਪਣੀ ਦੁਨੀਆ ਸੰਭਾਲਣੀ ਤਾਂ ਆਪਣੇ ਸਭ ਤੋਂ ਪਹਿਲਾਂ ਸਰੀਰ ਨੂੰ ਸੰਭਾਲ ਲਓ, ਆਪਣੇ ਸਰੀਰ ਨੂੰ ਸਵਸਥ ਕਰ ਲਓ, ਆਪਣੇ ਸਰੀਰ ਨੂੰ ਰੋਗ ਮੁਕਤ ਕਰ ਲਓ, ਆਪਣੇ ਸਰੀਰ ਦੇ ਸਦਕੇ ਵਿਕਾਰਾਂ ਤੋਂ ਬਚ ਜਾਓ, ਜਿਹਨੂੰ ਕੁਆਰੀ ਖਾਇਆ ਕੰਨਿਆ ਕਹਿੰਦੇ ਨੇ। ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਲਓ, ਬਸ ਤੁਮ ਆਪਣੀ ਦੁਨੀਆ ਸੰਭਾਲ ਲਈ। ਤੁਸੀਂ ਜੇ ਹਰ ਜੀ ਆਪਣੇ ਸਰੀਰ ਨੂੰ ਰੋਗ ਤੋਂ ਬਚਾ ਲੇ, ਸਰੀਰ ਕਰਕੇ ਸਰੀਰਕ ਵਿਕਾਰ ਤੋਂ ਬਚਾ ਲੇ, ਅਤੇ ਸਰੀਰ ਕਰਕੇ ਕਿਸੇ ਦਾ ਬੁਰਾ ਕਰਨ ਤੋਂ, ਬੁਰਾਈ ਤੋਂ ਬਚਾ ਲੇ, ਅਤੇ ਸ਼ਾਇਦ ਸਾਨੂੰ ਕਿਸੇ ਹੋਰ ਸਮਾਜ ਦੀ ਧਾਰਾ ਦੇ ਨਿਯਮਾਂ ਦੀ, ਕਾਨੂੰਨਾਂ ਦੀ ਜ਼ਰੂਰਤ ਹੀ ਨਾ ਪਵੇ, ਆਈਨੀ ਸਿਕਿਉਰਿਟੀ ਫੋਰਸਿਸ ਦੀ ਲੋੜ ਹੀ ਨਾ ਪਵੇ। ਜੇ ਅਸੀਂ ਹਰ ਕੋਈ ਬੰਦਾ ਆਪਣਾ ਆਪ ਸੰਭਾਲ ਲੇ। ਸਿਆਣੇ ਤੇ ਇੱਥੋਂ ਤੱਕ ਮੰਨਦੇ ਨੇ ਕਿ ਜੇ ਹਰ ਬੰਦਾ ਉੱਠਣ ਲੱਗਾ ਜਿੱਥੋਂ ਉੱਠਿਆ 2.5 ਫੁੱਟ ਜਗ੍ਹਾ ਆਪਣੀ ਸਾਫ਼ ਕਰ ਜਾਏ ਅਤੇ ਸੰਸਾਰ 'ਚ ਸਫਾਈ ਕਰਮਚਾਰੀ ਦੀ ਕੋਈ ਜ਼ਰੂਰਤ ਹੀ ਨਹੀਂ ਹੈ। ਆਪਾਂ ਵਿਹੜਾ ਸਾਫ਼ ਕਰ ਦਿਓ ਨਾ, ਆਪਣੇ ਵਿਹੜੇ ਦੇ ਸਾਹਮਣੇ ਸੜਕ ਸਾਫ਼ ਕਰ ਦਿਓ, ਤੁਹਾਨੂੰ ਸੜਕਾਂ 'ਤੇ ਕਿਸੇ ਸਫਾਈ ਕਰਮਚਾਰੀ ਦੀ ਜ਼ਰੂਰਤ ਹੀ ਨਹੀਂ ਪੈਣੀ। ਉੱਠਣ ਲੱਗੇ ਬਸ ਆਪਣੇ ਆਲੇ ਦੁਆਲੇ ਤੋਂ 1 ਗਜ ਪਰ ਜਗ੍ਹਾ ਸਾਫ਼ ਕਰ ਜੋ, ਬਹੁਤੀ ਜ਼ਰੂਰਤ ਹੀ ਨਹੀਂ ਪੈਣੀ ਕਿਸੇ ਦੀ। ਪਰ ਅਸੀਂ ਨਹੀਂ ਕਰਦੇ। ਅਸੀਂ ਤੇ ਦੱਸ ਕੇ ਜਾਣੇ ਦੇ ਖਲਾਰਾ ਪਾ ਕੇ ਗਏ, ਪਤਾ ਲੱਗਦਾ ਬੰਦਾ ਉੱਠ ਕੇ ਗਿਆ ਜੀ ਇੱਥੇ 4 ਬੰਦੇ ਬੈਠੇ ਸਨ, ਕੂੜਾ ਖਿਲਰਿਆ, ਇਹਦਾ ਮਤਲਬ 4 ਬੰਦੇ ਆਏ ਸਨ ਇੱਥੇ। ਸਾਡੇ ਤੇ ਪਹਿਚਾਣ ਉਲਟੀ ਬਣ ਗਈ। ਨਤੀਜਾ ਸਭ ਕਿ ਇਹ ਸਭ ਕੂੜ ਹੈ, ਅਸੀਂ ਕੂੜਾ ਖਿਲਾਰਦੇ ਹਾਂ। ਮਹਾਰਾਜ ਕਹਿਣ ਲੱਗੇ ਤੁਸੀਂ ਪੜ੍ਹੇ ਲਿਖੇ ਹੋ ਨਾ, ਅਤੇ ਪੜ੍ਹੇ ਲਿਖਿਆਂ ਵਾਲਾ ਕੰਮ ਕਰਿਆ ਕਰੋ, ਬੰਦਿਆਂ ਵਾਲਾ ਕੰਮ ਕਰਿਆ ਕਰੋ। ਬੰਦਗੀ ਅਖਤਿਆਰ, ਤੁਸੀਂ ਬੰਦੇ ਹੋ ਤਾਂ ਬੰਦਗੀ ਕਰਿਆ ਕਰੋ। ਪਰ ਪੜ੍ਹ ਕੇ ਤੁਸੀਂ ਵਿਕਾਰ ਕਰਦੇ ਹੋ, ਤੁਸੀਂ ਪੜ੍ਹ ਕੇ ਤੇ ਵਿਵਾਦ ਕਰਦੇ ਹੋ, ਪੜ੍ਹ ਕੇ ਤੇ ਬਹਿਸਾਂ ਕਰਦੇ ਹੋ, ਬਹੁਤ ਕੀ ਕਰਦੇ ਹੋ, ਬਾਦ ਬਖਾਣੇ, ਵਿਵਾਦਿਤ ਗੱਲਾਂ ਕਰਦੇ ਹੋ। ਤਾਂ ਨਤੀਜਾ ਕੀ ਨਿਕਲਦਾ ਹੈ, ਬਿਨ ਬੂਝੇ ਸੁੱਖ ਨਾ ਹੋਈ। ਪਰ ਚੇਤਾ ਰੱਖਣਾ, ਕੇਵਲ ਵਿਵਾਦਿਤ ਬਿਆਨ ਦੇਣ ਦੇ ਨਾਲ, ਵਿਵਾਦਿਤ ਗੱਲਾਂ ਕਰਨ ਦੇ ਨਾਲ, ਵਿਵਾਦ ਪੈਦਾ ਕਰਨ ਦੇ ਨਾਲ ਕਦੇ ਸੁੱਖ ਹੋਇਆ? ਆਪਣੇ ਘਰ ਵਿੱਚ ਹੀ 2 ਭੈਣ ਭਰਾਵਾਂ ਦੇ ਵਿੱਚ ਕਿਸੇ ਕੋਲੋਂ ਵਾਦ ਵਿਵਾਦ ਹੋ ਜਾਵੇ ਕੀ ਸੁੱਖ ਹੁੰਦਾ? ਨਹੀਂ, ਦੁੱਖ ਪੈਦਾ ਹੁੰਦਾ। ਪਰਿਵਾਰ ਵਿੱਚ ਵਿਵਾਦ ਨਾਲ ਸੁੱਖ ਨਹੀਂ ਰਹਿੰਦਾ। ਆ ਪੁਰਾਣਾ ਇੱਕ ਮੁਹਾਵਰਾ ਸੀ, ਹੁਣ ਤਾਂ ਸਾਡੇ ਬੋਲਾਂ 'ਚ ਸਕਿਪ ਹੋ ਗਿਆ, ਨਿਕਲ ਗਿਆ। ਕੱਲ ਹੈ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਜਿਸ ਪਰਿਵਾਰ 'ਚ ਕਲੇਸ਼ ਹੈ ਉਹਦੇ ਘੜਿਆਂ ਦਾ ਪਾਣੀ ਵੀ ਸੁੱਕ ਜਾਂਦਾ ਹੈ। ਸੁੱਕਣ ਦਾ ਮਤਲਬ ਕੋਈ ਕਲੇਸ਼ ਕਰਕੇ ਭਰਦਾ ਹੀ ਨਹੀਂ ਹੈ। ਅਤੇ ਜੇ ਘੜੇ 'ਚ ਪਾਣੀ ਨਹੀਂ ਭਰਿਆ ਤਾਂ ਪਿਆਸ ਕਿੱਥੋਂ ਬੁਝਾਓਗੇ? ਕਲੇਸ਼ ਕਰਕੇ ਤੂੰ ਕਰ। ਇਸੇ ਤਰ੍ਹਾਂ ਸਮਾਜ ਵਿੱਚ ਰਹਿ ਜਾਂਦਾ ਹੈ। ਕਲੇਸ਼ ਤੋਂ ਬਚੀ ਤੀ। ਕਲੇਸ਼ ਕਿੱਥੋਂ ਪੈਦਾ ਹੁੰਦਾ? ਬਹਿਸ ਕਰਨ ਤੋਂ, ਵਿਵਾਦ ਕਰਨ ਤੋਂ। ਤੀਸਰੇ ਪਾਤਸ਼ਾਹ ਤਾਂ ਬੜਾ ਪਿਆਰਾ ਬਚਨ ਜੋ ਉਪਦੇਸ਼ਾਤਮਕ ਹੈ। ਜਦੋਂ ਸਤਿਕਾਰਯੋਗ ਪਾਤਸ਼ਾਹ ਸਾਹਿਬ ਜੀ ਨੇ, ਰਾਮਦਾਸ ਮਹਾਰਾਜ ਜੀ
ਅੱਜ ਉਦੋਂ ਗੁਰਪਤ ਦੀ ਵੀ ਪਤਾ ਨਹੀਂ ਹੋਈ ਸੀ, ਭਾਈ ਜੇਠਾ ਹੀ ਕਈ ਵਾਰ ਕਹਿ ਦਿੰਦੇ ਆ। ਬੀਬੀ ਭਾਨੀ ਸਾਹਿਬ ਜੀ ਅਤੇ ਰਾਮਦਾਸ ਸਾਹਿਬ ਜੀ ਨੂੰ ਸੁਭਾਗ ਵਿਵਾਹਿਤ ਜੋੜੀ ਦੇ ਰੂਪ 'ਚ ਆਪਣੇ ਹਜ਼ੂਰ ਬਿਠਾਇਓ ਨੇ। ਜਦੋਂ ਮਹਾਰਾਜ ਨੇ 3 ਭੱਬੇ ਬਖਸ਼ੇ ਨੇ, ਉਹ ਕੇਵਲ ਬੀਬੀ ਭਾਨੀ ਲਈ ਨਹੀਂ ਗਏ, ਉਹ ਸਾਡੇ ਸਾਰੇ ਜੀਆਂ ਲਈ ਨੇ, ਹਰ ਇੱਕ ਮਨੁੱਖ ਲਈ ਨੇ। ਵੀ ਭਾਈ ਜੇ ਕੁਝ ਘਰ 'ਚ ਘਾਟਾ ਵਾਧਾ ਹੋ ਗਿਆ ਕਿਸੇ ਪ੍ਰਕਾਰ ਦਾ ਵੀ, ਤੇ ਤੁਸਾਂ ਕੀ ਕਹਿਣਾ? ਪ੍ਰਭੂ ਦਾ ਪਾਣਾ, ਹਿਰਬਾ ਸਾਹਿਬ ਤੇਰਾ ਪਾਣਾ ਹੈ। ਜੇ ਕਿਸੇ ਵੱਡੇ ਨੇ ਕੋਈ ਮੱਤ ਉਪਦੇਸ਼ ਦਿੱਤੀ ਹੈ ਤੇ ਭਲਾ ਕਹਿਣਾ ਹੈ, ਤੇ ਜੇ ਗਾਹੇ ਬਗਾਹੇ ਕੋਈ ਭੁੱਲ ਹੋ ਗਈ ਹੈ ਤੇ ਭੁੱਲੇ ਜੀ। ਅਸੀਂ ਕੇਵਲ ਬੀਬੀਆਂ ਨੂੰ ਉਸ ਵਕਤ ਕਥਾ ਕਹਾਣੀ ਕਰਕੇ ਉਪਦੇਸ਼ ਕਰਕੇ ਲੰਘ ਜਾਣੇ ਕਿ ਨਹੀਂ ਤੂੰ ਕਹਿ ਭੁੱਲੀ, ਨਹੀਂ, ਹਰ ਜੀ ਦਾ ਫਰਜ਼ ਬਣਦਾ ਹੈ। ਜੇ ਗਲਤੀ ਹੋਈ ਹੈ ਤੇ ਅੱਜ ਕੱਲ੍ਹ ਅੰਗਰੇਜ਼ੀ 'ਚ ਕਹਿੰਦੇ ਸੌਰੀ ਮੰਗ ਲਓ, ਮੰਨ ਲਓ ਕਿ ਗਲਤੀ ਹੋਈ ਹੈ। ਮਹਾਰਾਜ ਤੇ ਪਾਵਨ ਬਾਣੀ 'ਚ ਬਹੁਤ ਕਹਿੰਦੇ ਨੇ ਜਿੱਥੋਂ ਗਲਤੀ ਹੋਈ ਤੇ ਮੰਨ ਗਲਤ ਕੀਤਾ। ਇੱਥੋਂ ਤੱਕ ਗੁਰਮੁਖ ਤੇ ਕਹਿੰਦੇ ਨੇ ਤੇਥੋਂ ਗਲਤੀ ਨਹੀਂ ਹੋਈ ਨਾ, ਤੂੰ ਫਿਰ ਵੀ ਕਹਿ ਮੈਂ ਭੁੱਲਣ ਹਾਂ, ਭੁੱਲਣਹਾਰਾ। ਮਹਾਰਾਜ ਤੇ ਕੀ ਕਹਿੰਦੇ ਨੇ? ਭੁੱਲਣ ਅੰਦਰ ਸਭ ਕੋ। ਅਸੀਂ ਕਿੱਦਾਂ ਦਾਵਾ ਕਰ ਸਕਦੇ ਮੈਂ ਗਲਤੀ ਨਹੀਂ ਕੀਤੀ? ਨਹੀਂ, ਸਾਡੇ ਤੋਂ ਗਲਤੀਆਂ ਹੋ ਸਕਦੀਆਂ, ਗਾਹੇ ਬਗਾਹੇ ਬੋਲਦੇ ਆ ਕਰਦੇ ਆ, ਗਲਤੀਆਂ ਹੁੰਦੀਆਂ ਨੇ। ਤਾਂ ਹੀ ਕਿ ਭਾਈ ਮਹਾਰਾਜ ਭੁੱਲ ਹੋ ਗਈ, ਖਿਮਾ ਕਰ ਦਿਓ। ਕਿਸੇ ਵੱਡੇ ਉਪਦੇਸ਼ ਤਾਂ ਠੀਕ ਹੈ, ਭਲਾ ਜੀ ਕੋਸ਼ਿਸ਼ ਕਰਾਂਗੇ ਸੁਧਾਰ ਕਰਨ ਦਾ। ਜੇ ਉਹਦੇ ਬਾਵਜੂਦ ਵੀ ਕੋਈ ਘਟਨਾ ਵਾਪਰ ਗਈ ਹੈ ਤੇ ਕਲੇਸ਼ ਪਾਉਣ ਦੀ ਬਜਾਏ ਰੱਬ ਦਾ ਭਾਣਾ ਹੈ, ਕਿਉਂਕਿ ਜੋ ਕੁਝ ਹੁੰਦਾ ਹੈ ਕਰਤੇ ਦੇ ਹੁਕਮ 'ਚ ਹੁੰਦਾ ਹੈ। ਇਹ ਉਪਦੇਸ਼ ਸਾਨੂੰ ਮਿਲੇ ਨੇ ਤੇ ਅਸੀਂ ਬਜਾਏ ਇਸ 'ਤੇ ਅਸੀਂ ਕਲੇਸ਼ ਪਾ ਬੈਠਦੇ ਹਾਂ, ਵਿਵਾਦ ਪਾ ਬੈਠਦੇ ਹਾਂ, ਆਪਣੀ ਵਿਦਿਆ ਦਾ ਜ਼ੋਰ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ ਸੁੱਖ ਨਹੀਂ ਮਿਲੇਗਾ, ਕਿਉਂਕਿ ਬਹੁਤ ਕੀਮਤੀ ਸ਼ਬਦ ਹੈ ਬੂਝੇ। ਬਿਨ ਬੂਝੇ ਪੜ੍ਹੇ ਲਿਖੇ ਹੋਣਾ ਚੰਗੀ ਗੱਲ ਹੈ, ਪਰ ਸਮਝਦਾਰ ਹੋਣਾ ਬਹੁਤ ਚੰਗੀ ਗੱਲ ਹੈ। ਅਸੀਂ ਮਰਿਆਦਾ ਦੀ ਚਰਚਾਵਾਂ ਕਰਦੇ ਹਾਂ, ਪਾਠ ਸ਼ੁੱਧ ਨੇ ਸਾਡੇ, ਬਹੁਤ ਸ਼ੁੱਧਤਾ ਹੈ ਸਾਡੇ ਕੋਲ, ਪਰ ਸਮਝ ਉਹ ਗੁਰਬਾਣੀ 'ਚ ਇੱਕ ਚੌਥਾ ਪਦਵੀ ਦੇ ਨਾਲ ਨਾਲ ਇੱਕ 5ਵਾਂ ਸਟੈਪ ਆਉਂਦਾ ਹੈ। ਆਪਣੇ ਜਪਜੀ ਸਾਹਿਬ ਪਾਠ ਕੀਤਾ ਹੋਣਾ ਨਾ, ਪਾਠ ਕਰਦੇ ਹੋਗੇ। ਇੱਥੇ ਆ ਕੇ ਇਹ 5ਵੀਂ ਚੀਜ਼ ਦੀ ਚਰਚਾ ਬਹੁਤੀ ਹੋਣੀ ਚਾਹੀਦੀ ਹੈ, ਜਿਸ ਦੀ ਚਰਚਾ ਸਾਡੀ ਘੱਟ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇਹ 5 ਚੀਜ਼ਾਂ ਦੀ ਚਰਚਾ ਇੱਥੇ ਹੋਣੀ ਚਾਹੀਦੀ ਹੈ। 5 ਚੀਜ਼ਾਂ ਤੇ ਸਵਾਰੇ ਜਾਣ ਦਾ ਕੋਣਾ ਅਸੀਂ ਤੇ ਕਰਦੇ ਹੀ ਨਹੀਂ ਹੈ। ਗੁਰਦੇਵ ਕਿਰਪਾ ਕਰਨ, ਅਸੀਂ ਆਪਣੇ ਮਤ ਬਾਰੇ, ਆਪਣੇ ਮਨ ਬਾਰੇ, ਆਪਣੀ ਸੁਰਤ ਬਾਰੇ ਵਿਚਾਰ ਕਰੀਏ। ਮੇਰਾ ਮਨ ਕੀ ਕਰਦਾ ਹੈ, ਮੇਰੀ ਮਤ ਵਿੱਚ ਕੀ ਕੁਝ ਹੈ, ਮੇਰੀ ਬੁੱਧੀ ਦਾ ਰੂਪ ਰੰਗ ਕੈਸਾ ਹੈ, ਕੀ ਮੈਨੂੰ ਸੁਰਤ ਦੇ ਬਾਰੇ ਕੁਝ ਪਤਾ ਹੈ। ਅਸੀਂ ਅਭਿਆਸ ਤੇ ਕਰੀਏ, ਕਦੇ ਗੁਰਬਾਣੀ ਚਿੰਤਨ ਤੇ ਕਰੀਏ। ਤੇ 5ਵੀਂ ਚੀਜ਼ ਹੈ ਸੁਧ। ਇਹ ਸਾਨੂੰ ਸੋਚੀ ਹੈ, ਕੁਛ ਵਿਦਿਆ ਹੈ ਸਾਡੇ ਕੋਲ, ਪੜ੍ਹਾਈ ਲਿਖਾਈ ਹੈ, ਪਰ ਕੀ ਸਾਡੇ ਕੋਲ ਸੋਝੀ ਵੀ ਹੈ? ਤੇ ਬਹੁਤੇ ਜੀਆਂ ਕੋ ਸੋਝੀ ਨਹੀਂ। ਪਾਤਸ਼ਾਹ ਕਹਿਣ ਲੱਗੇ ਬਿਨ ਬੂਝੈ, ਬੂਝੇ ਦਾ ਮਤਲਬ ਇਹ ਬੁੱਝਣਾ, ਸੋਝੀ ਪ੍ਰਾਪਤ ਕਰਨਾ। ਪਰ ਚੇਤਾ ਰੱਖਣਾ ਬਿਨ ਬੂਝੈ ਸੁਖ ਨਾ ਹੋਈ। ਤੇ ਕੀ ਬਣੇਗਾ? ਆਵਣ ਜਾਣਾ ਕਦੇ ਨਾ ਚੂਕੈ। ਤੇ ਨਤੀਜਾ ਨਿਕਲੇਗਾ ਜਨਮ ਤੇ ਮਰਨਾ ਕਦੇ ਨਹੀਂ ਮਿਟੇਗਾ। ਜਨਮ ਤੇ ਮੌਤ ਉਹਨਾਂ ਦੀ ਮਿਟੇਗੀ ਜੋ ਗੁਰੂ ਕੇ ਬਚਨ ਨੂੰ ਸਮਝਣਗੇ, ਜੋ ਗੁਰੂ ਕੇ ਬਚਨ ਨੂੰ ਮੰਨਣਗੇ ਤੇ ਗੁਰੂ ਕੇ ਬਚਨ ਨੂੰ ਕਮਾਵਣਗੇ। ਤੇ ਮੰਨਣ ਤੋਂ ਪਹਿਲਾਂ ਸਮਝ ਜ਼ਰੂਰੀ ਹੈ। ਅਸੀਂ ਕੀ ਕਰਨਾ ਹੈ, ਕੀ ਪੜ੍ਹਿਆ ਹੈ, ਕੀ ਸੁਣਿਆ। ਅੱਜ ਮਹਾਰਾਜ ਨੇ ਕਿਹਾ ਗੁਰ ਆਪਣੇ ਉੱਪਰ ਬਲ ਜਾਈਏ। ਹੁਣ ਇਸ ਨੂੰ ਪੜ੍ਹੀਏ, ਸੁਣੀਏ ਤੇ ਵਿੱਚ ਇੱਕ ਗੈਪ ਆਏਗਾ। ਮੰਨਣ ਤੋਂ ਪਹਿਲਾਂ ਸਮਝੀਏ ਮਹਾਰਾਜ ਕੀ ਕਹਿ ਰਹੇ ਨੇ, ਬਲਿਹਾਰ ਕਿਵੇਂ ਜਾਣਾ ਹੈ। ਨਾਲ ਤੇ 8 ਪਹਿਰ ਹਰ ਹਰ ਜਸ ਗਾਈਏ। ਇਸ ਨੂੰ ਬੁੱਝੀਏ, ਇਸ ਨੂੰ ਸਮਝ ਸਕੀ ਤੇ ਫਿਰ ਅਗਲੀ ਗੱਲ ਹੋਏਗੀ। ਮਹਾਰਾਜ ਕਹਿੰਦੇ ਜਿਹੜੇ ਇਹ ਕੰਮ ਨਹੀਂ ਕਰ ਸਕੇ, ਕੂੜ ਤੱਕ ਟਿਕੇ ਰਹਿ ਗਏ, ਨਿੰਦਾ ਚੁਗਲੀ ਇੱਧਰ ਉੱਧਰ ਦੀਆਂ ਗੱਲਾਂ, ਬਾਦ ਵਿਵਾਦ ਪੈਦਾ ਕਰਦੇ ਰਹੇ। ਆਵਣ ਜਾਣਾ ਕਦੇ ਨਾ ਚੁਕੈ। ਤੇ ਕੀ ਬਾਕੀ ਰਹਿ ਗਿਆ ਉਹਨਾਂ ਤੇ? ਮਾਇਆ ਮੋਹ ਪਿਆਰਾ। ਇਹੋ ਜਿਹੇ ਜੀ ਮਾਇਆ ਤੇ ਮਾਇਆ ਦੇ ਮੋਹ 'ਚ ਐਸੇ ਪਿਆਰ ਖਚਿਤ ਹੋਏ ਕਿ ਨਾ ਆਵਾਗਮਨ ਮਿਟਿਆ। ਤੇ ਨਤੀਜਾ ਜਮ ਜਮ ਮਰੈ, ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ਼ ਲਮੈ। ਸਜਾਵਾਂ ਭੁਗਤੇ ਨੇ, ਦੁੱਖ ਜਨਮ ਤੇ ਮਰਨ ਦੁੱਖ ਮੰਨਦੇ ਆ ਨਾ। ਮਹਾਰਾਜ ਕਹਿਣ ਲੱਗੇ ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਭਲਿਓ। ਇਹ ਖੋਟਾ ਵਪਾਰ ਮਤ ਕਰਿਆ ਕਰੋ। ਪਰਿਵਾਰ 'ਚ ਸੰਸਾਰ 'ਚ ਜਿਉਂਦੇ ਹੋ, ਰਹਿਣਾ ਹੈ ਸੱਤ 'ਤੇ ਆਧਾਰਿਤ ਵਪਾਰ ਕਰੀਏ। ਆਪਣੇ ਜੀਵਨ ਦਾ ਆਧਾਰ ਸੱਤ ਕਰ ਲਈਏ। ਅਸੀਂ ਕੂੜ ਮਤ ਬੋਲੀਏ, ਕੂੜ ਬੋਲ ਕੇ ਖੋਟੇ ਵਪਾਰ ਮਤ ਕਰਤੇ ਕੀ ਕਰੀਏ? ਅਸੀਂ ਆਪਣੇ ਜੀਵਨ ਆਧਾਰ ਨੂੰ ਰਤਨ ਪਦਾਰਥ ਬਣ ਜੀਏ। ਵਪਾਰ ਕਰਨਾ ਹੈ ਤੇ ਰਤਨਾਂ ਦਾ ਕਰਿਆ ਕਰੋ।
ਚੰਗੇ ਗੁਣਾਂ ਦਾ ਕਰਿਆ ਕਰੋ। ਰਤਨ ਰਤਨ ਪਦਾਰਥ ਕਿੱਥੋਂ ਪ੍ਰਾਪਤ ਹੋਣੇ? ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਆ ਗੁਰਬਾਣੀ ਨਾਲ ਜੁੜ ਜਾਈਏ, ਰਤਨ ਪਦਾਰਥਾਂ ਦਾ ਵਪਾਰ ਆਰੰਭ ਹੋ ਜਾਏਗਾ। ਗੁਰਦੇਵ ਕਿਰਪਾ ਕਰਨ, ਅਸੀਂ ਕੂੜ ਦਾ ਵਪਾਰ ਛੱਡ ਕੇ ਗੁਰਬਾਣੀ ਦੇ ਅਮੁੱਲਕ ਰਤਨਾਂ ਦਾ ਵਪਾਰ ਕਰਨਾ ਆਰੰਭ ਕਰ ਸਕੇ। ਸਵਾਸਾਂ ਦੀ ਪੂੰਜੀ ਦੇ ਖਰਚ ਦੇ ਬਦਲੇ, ਤੇ ਸਾਡਾ ਜੀਵਨ ਵੀ ਸੁੱਖ ਨਾਲ ਭਰ ਜਾਏ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।